ਸਾਦਤ ਹਸਨ ਮੰਟੋ ਦਾ ਨਾਵਲ ਹੈ ਬਗੈਰ ਉਨਵਾਨ ਦੇ। ਅੰਗ 6ਵਾਂ। 15 ਦਿਨਾਂ ਦੀ ਗੈਰ ਹਾਜ਼ਰੀ ਦੇ ਬਾਅਦ ਜਦੋਂ ਸਈਦ ਘਰ ਆਇਆ ਤਾਂ ਸਭ ਤੋਂ ਪਹਿਲਾਂ ਰਾਜੋ ਨਜ਼ਰ ਆਈ, ਜੋ ਦੌੜੀ ਦੌੜੀ ਵੱਡੇ ਦਰਵਾਜ਼ੇ 'ਚੋਂ ਬਾਹਰ ਨਿਕਲ ਰਹੀ ਸੀ। ਉਹਨੂੰ ਦੇਖ ਕੇ ਰੁਕ ਗਈ ਤੇ ਤੁਤਲਾ ਤੁਤਲਾ ਕੇ ਆਖਣ ਲੱਗੀ, ਮੀਆਂ ਜੀ ਤੁਸੀਂ ਠੀਕ ਹੋ ਗਏ? ਠੀਕ ਹੋ ਗਏ? ਮੈਂ 5 ਰੁਪਏ ਦੇ ਪੈਸੇ ਲੈਣ ਜਾ ਰਹੀ ਹਾਂ। ਇਹ ਆਖ ਕੇ ਉਹ ਚਲੀ ਗਈ ਤੇ ਸਈਦ ਨੇ ਸੁੱਖ ਦਾ ਸਾਹ ਲਿਆ। ਅੱਗੇ ਵਧਿਆ ਤਾਂ ਉਹਦੀ ਮਾਂ ਨੇ ਉਹਨੂੰ ਝੱਟ ਸੀਨੇ ਨਾਲ ਲਾ ਲਿਆ ਤੇ ਚੱਟ ਚੱਟ ਕੇ ਬਲਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਸਈਦ ਨੂੰ ਆਪਣੀ ਮਾਂ ਦੇ ਹੱਦ ਤੋਂ ਜ਼ਿਆਦਾ ਵਧੇ ਹੋਏ ਪਿਆਰ ਤੋਂ ਬੜੀ ਉਲਝਣ ਹੁੰਦੀ ਸੀ, ਪਰ ਹੁਣ ਉਹਦੀ ਤਬੀਅਤ 'ਚ ਇੱਕ ਕਿਸਮ ਦੀ ਨਰਮੀ ਪੈਦਾ ਹੋ ਗਈ ਸੀ। ਉਹਨੂੰ ਮਾਂ ਦੀ ਮੁਹੱਬਤ ਦਾ ਜੋਸ਼ ਚੰਗਾ ਜਾਪਿਆ ਤੇ ਉਹਨੇ ਰਾਹਤ ਮਹਿਸੂਸ ਕੀਤੀ। ਜਦੋਂ ਘਰ ਆਇਆ ਤਾਂ ਉਹਦੇ ਨਾਲ ਮਹਿਮਾਨਾਂ ਵਰਗਾ ਸਲੂਕ ਕੀਤਾ ਗਿਆ। ਨਵੇਂ ਟੀ ਸੈੱਟ 'ਚ ਚਾਹ ਦਿੱਤੀ ਗਈ। ਅੰਦਰ ਕਮਰੇ 'ਚ ਨਵਾਂ ਗਲੀਚਾ ਵਿਛਾਇਆ ਗਿਆ। ਕੁਰਸੀਆਂ ਤੇ ਨਵੀਆਂ ਗੱਦੀਆਂ ਰੱਖੀਆਂ ਸਨ। ਪਲੰਗ ਤੇ ਉਹ ਚਾਦਰ ਵਿਛੀ ਸੀ ਜਿਸ ਤੇ ਉਹਦੀ ਮਾਂ ਨੇ ਬੜੀ ਮਿਹਨਤ ਨਾਲ ਕਢਾਈ ਦਾ ਕੰਮ ਕੀਤਾ ਸੀ। ਹਰੇਕ ਚੀਜ਼ ਬੜੇ ਸਲੀਕੇ ਨਾਲ ਰੱਖੀ ਗਈ ਸੀ ਤੇ ਕਮਰੇ 'ਚ ਅਜਿਹੀ ਫਿਜ਼ਾ ਪੈਦਾ ਕੀਤੀ ਗਈ ਸੀ ਜੋ ਮਸੀਤ ਵਿੱਚ ਜੁਮੇ ਦੀ ਨਮਾਜ਼ ਵੇਲੇ ਦੇਖਣ 'ਚ ਆਉਂਦੀ ਹੁੰਦੀ ਹੈ, ਜਦੋਂ ਬਹੁਤ ਸਾਰੇ ਆਦਮੀ ਨਹਾ ਧੋ ਕੇ ਸਾਫ਼ ਤੇ ਚਿੱਟੇ ਕੱਪੜੇ ਪਾਉਂਦੇ ਹੁੰਦੇ ਨੇ। ਚਾਹ ਪੀ ਕੇ ਉਹ ਦੇਰ ਤੱਕ ਆਪਣੀ ਮਾਂ ਦੇ ਕੋਲ ਬੈਠਾ ਰਿਹਾ। ਗਲੀ ਦੀਆਂ ਸਾਰੀਆਂ ਔਰਤਾਂ ਇੱਕ ਇੱਕ ਕਰਕੇ ਆਈਆਂ। ਸਈਦ ਦੀ ਸਿਹਤਯਾਬੀ ਤੇ ਉਹਦੀ ਮਾਂ ਨੂੰ ਮੁਬਾਰਕਬਾਦ ਦੇ ਕੇ ਚਲੀਆਂ ਗਈਆਂ। ਜਦੋਂ ਫਕੀਰਾਂ ਨੂੰ 5 ਰੁਪਏ ਦੇ ਪੈਸੇ ਵੰਡਣ ਦਾ ਵੇਲਾ ਆਇਆ ਤੇ ਗਲੀ 'ਚ ਸ਼ੋਰ ਮਚ ਗਿਆ ਤਾਂ ਸਈਦ ਉੱਠ ਕੇ ਆਪਣੀ ਬੈਠਕ 'ਚ ਚਲਾ ਗਿਆ। ਗੁਲਾਮ ਨਬੀ ਨੇ ਕਮਰਾ ਚੰਗੀ ਤਰ੍ਹਾਂ ਸਾਫ਼ ਕੀਤਾ ਹੋਇਆ ਸੀ। ਸਾਰੀਆਂ ਦੀਆਂ ਸਾਰੀਆਂ ਖਿੜਕੀਆਂ ਖੁੱਲ੍ਹੀਆਂ ਹੋਈਆਂ ਸਨ। ਉਹਦੀ ਮਾਂ ਨੂੰ ਪਤਾ ਸੀ ਕਿ ਉਹ ਆਪਣੇ ਹੀ ਕਮਰੇ 'ਚ ਜਾ ਕੇ ਬੈਠੇਗਾ। ਸਿਗਰਟ ਦਾ ਨਵਾਂ ਟੀਨ ਮੇਜ਼ 'ਤੇ ਪਿਆ ਸੀ ਤੇ ਕੋਲ ਹੀ ਨਵੀਂ ਮਾਚਿਸ ਪਈ ਸੀ। ਜਦੋਂ ਕਮਰੇ 'ਚ ਵੜਿਆ ਤਾਂ ਉਹਨੇ ਸਾਰੀਆਂ ਚੀਜ਼ਾਂ ਦਾ ਜਾਇਜ਼ਾ ਲਿਆ। ਹਰ ਚੀਜ਼ ਆਪੋ ਆਪਣੀ ਥਾਂ ਪਈ ਸੀ। ਉਸ ਕਬੂਤਰ ਤੱਕ ਜੋ 12 ਵਜੇ ਤੱਕ ਉਹਦੇ ਬਾਪ ਦੀ ਵੱਡੀ ਤਸਵੀਰ ਦੇ ਭਾਰੀ ਫਰੇਮ 'ਤੇ ਊਂਘਦਾ ਰਹਿੰਦਾ ਸੀ। ਥੋੜ੍ਹੀ ਦੇਰ ਤੱਕ ਉਹ ਸਾਫ਼ ਕੀਤੀ ਹੋਈ ਦਰੀ 'ਤੇ ਨੰਗੇ ਪੈਰੀਂ ਟਹਿਲਦਾ ਰਿਹਾ। ਇੰਨੇ ਨੂੰ ਉਹਦੇ ਦੋਸਤ ਆਉਣੇ ਸ਼ੁਰੂ ਹੋ ਗਏ। ਦੁਪਹਿਰ ਦਾ ਖਾਣਾ ਉੱਥੇ ਹੀ ਖਾਧਾ, ਜੋ ਕਿ ਪਰਹੇਜ਼ੀ ਸੀ, ਪਰ ਹਸਪਤਾਲ ਦੀ ਖੁਰਾਕ ਤੋਂ ਕਈ ਦਰਜੇ ਬਿਹਤਰ ਸੀ। ਖਾਣਾ ਖਾਣ ਮਗਰੋਂ ਸਿਗਰਟ ਦਾ ਦੌਰ ਚੱਲਿਆ ਤੇ ਉਹ ਦੇਰ ਤੱਕ ਗਪੌੜਾ ਮਾਰਦੇ ਰਹੇ। ਇਸੇ ਦੌਰਾਨ ਅੱਬਾਸ ਨੇ ਕਿਹਾ, ਬਈ ਹਸਪਤਾਲ ਦੀ ਉਹ ਕੁੜੀ ਮਾੜੀ ਨਹੀਂ ਸੀ। ਰਸ਼ੀਦ ਨੇ ਮੁਸਕਰਾ ਕੇ ਕਿਹਾ, ਤੁਹਾਡਾ ਡਬਲ ਨਮੂਨੀਆ ਬਗੈਰ ਦਵਾ ਦੇ ਐਵੇਂ ਤਾਂ ਠੀਕ ਨਹੀਂ ਹੋ ਗਿਆ। ਕਈ ਨਰਸਾਂ ਅੰਮ੍ਰਿਤ ਧਾਰਾ ਹੁੰਦੀਆਂ ਨੇ। ਅੱਬਾਸ ਨੂੰ ਰਸ਼ੀਦ ਦੀ ਗੱਲ ਬੜੀ ਪਸੰਦ ਆਈ। ਅੱਲਾ, ਕੀ ਗੱਲ ਕੀਤੀ ਹੈ? ਨਰਸ ਤੇ ਅੰਮ੍ਰਿਤ ਧਾਰਾ? ਮੈਂ ਸਮਝਦਾ ਸਈਦ ਅੱਧੀ ਬੋਤਲ ਤਾਂ ਖ਼ਤਮ ਕਰਤੀ ਹੋਣੀ ਹੈ ਤੂੰ। ਬਈ ਇਹੋ ਜਿਹੀਆਂ ਦਵਾਈਆਂ ਬੇਦਰਦੀ ਨਾਲ ਇਸਤੇਮਾਲ ਨਹੀਂ ਕੀਤੀਆਂ ਜਾਂਦੀਆਂ। ਸਈਦ ਨੂੰ ਇਹ ਉਲਝਲੂਲ ਗੱਲਾਂ ਚੰਗੀਆਂ ਲੱਗੀਆਂ, ਇਸ ਲਈ ਉਹਨੇ ਵੀ ਉਸ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕੀ ਖਿਆਲ ਹੈ, ਤੁਹਾਡੇ ਹਸਪਤਾਲ 'ਚ ਉਸ ਵਰਗੀ ਤਿੱਖੀ ਨਰਸ ਸ਼ਾਇਦ ਹੀ ਕੋਈ ਹੋਰ ਹੋਵੇ। ਬਈ ਹਸਪਤਾਲ ਵਾਲਿਆਂ ਦੀ ਨਬਜ਼ ਪਛਾਣਨ ਦੀ ਦਾਤ ਦੇਣੀ ਪੈਂਦੀ ਹੈ ਕਿ ਉਹਨਾਂ ਨੇ ਮਿਸ ਫਰੀਆ ਨੂੰ ਮੇਰੀ ਸੇਵਾ ਲਈ ਰੱਖਿਆ। ਉਂਝ ਤਾਂ ਇਸ ਸ਼ਹਿਰ 'ਚ ਕਿਸੇ ਔਰਤ ਦੀ ਨੰਗੀ ਟੰਗ ਨਜ਼ਰ ਹੀ ਨਹੀਂ ਆਉਂਦੀ। ਹੁਣ ਤਾਂ ਸਰਦੀ ਵੀ ਜ਼ੋਰਾਂ 'ਤੇ ਹੈ। ਸਾਰੀਆਂ ਟੰਗਾਂ ਮੋਟੇ-ਮੋਟੇ ਗਲਾਫਾਂ 'ਚ ਰਹਿੰਦੀਆਂ ਨੇ, ਇਸ ਲਈ ਉਹਦੀਆਂ ਨੰਗੀਆਂ ਪਿੰਡਲੀਆਂ ਨੇ ਬੜੀ ਰਾਹਤ ਬਖਸ਼ੀ। ਪਰ ਤੂੰ ਉਹਦੀਆਂ ਨੰਗੀਆਂ ਪਿੰਡਲੀਆਂ ਨਹੀਂ ਦੇਖੀਆਂ? ਅੱਬਾਸ ਬੋਲਿਆ, ਕੀ ਮਸ਼ਹੂਰ ਥਾਵਾਂ 'ਚ ਸ਼ਾਮਲ ਕਰਨ ਦੇ ਲਾਇਕ ਨੇ? ਇਸ 'ਤੇ ਸਈਦ ਸੰਜੀਦਾ ਹੋ ਗਿਆ। ਬਈ ਮਜ਼ਾਕ ਇੱਕ ਪਾਸੇ, ਪਰ ਉਹਨੇ ਮੇਰੀ ਬੜੀ ਸੇਵਾ ਕੀਤੀ। ਬੱਚਾ ਸਮਝ ਕੇ ਮੇਰੀ ਦੇਖਭਾਲ ਕਰਦੀ ਸੀ। ਨਿੱਕੀ ਤੋਂ ਨਿੱਕੀ ਚੀਜ਼ ਦਾ ਖਿਆਲ ਰੱਖਦੀ। ਕਈ ਵਾਰੀ ਮੇਰਾ ਮੂੰਹ ਵੀ ਧੋਂਦੀ ਸੀ, ਨੱਕ ਵੀ ਪੂੰਝਦੀ ਸੀ, ਜਿਵੇਂ ਮੈਂ ਬਿਲਕੁਲ ਅਪਾਹਜ ਹੋਵਾਂ। ਮੈਂ ਉਹਦਾ ਬੜਾ ਅਹਿਸਾਨ ਮੰਨਦਾ। ਮੇਰਾ ਖਿਆਲ ਹੈ ਉਹਨੂੰ ਇੱਕ ਸਾੜੀ ਤੋਹਫੇ ਵਜੋਂ ਭੇਜ ਦਿਆਂ। ਇੱਕ ਵਾਰੀ ਉਹਨੇ ਕਿਹਾ ਸੀ ਕਿ ਉਹਨੂੰ ਸਾੜੀ ਪਹਿਨਣ ਦਾ ਬੜਾ ਸ਼ੌਕ ਹੈ। ਕਿਉਂ ਅੱਬਾਸ, ਤੇਰਾ ਕੀ ਖਿਆਲ ਹੈ? ਅੱਬਾਸ ਨੇ ਕਿਹਾ, ਨੇਕੀ ਤੇ ਪੁੱਛ-ਪੁੱਛ, ਪਰ ਸ਼ਰਤ ਇਹ ਹੈ ਕਿ ਸਾੜੀ ਮੈਂ ਲੈ ਕੇ ਜਾਵਾਂਗਾ ਤੇ ਨਾਲੇ ਇਹ ਵੀ ਕਿ ਸਾੜੀ ਚਿੱਟੀ ਹੋਏਗੀ, ਕਿਉਂਕਿ ਇਹ ਰੰਗ ਮੈਨੂੰ ਪਸੰਦ ਹੈ। ਇਸ ਲਈ ਦੂਜੇ ਦਿਨ ਗੋਕੁਲ ਦੀ ਮਾਰਕੀਟ 'ਚੋਂ ਅੱਬਾਸ ਤੇ ਸਈਦ ਨੇ ਇੱਕ ਚਿੱਟੇ ਰੰਗ ਦੀ ਸਾੜੀ ਪਸੰਦ ਕੀਤੀ, ਜਿਹਦੇ ਕਿਨਾਰੇ 'ਤੇ ਇੱਕ ਚਿੱਟੇ ਤਿੱਲੇ ਦਾ ਬਾਰਡਰ ਸੀ। ਕੀਮਤ ਅਦਾ ਕਰ ਦਿੱਤੀ ਗਈ ਤੇ ਇੱਕ ਚਿੱਟ 'ਤੇ ਆਪਣਾ ਤੇ ਨਰਸ ਦਾ ਨਾਂ ਲਿਖ ਕੇ ਉਸ ਸਾੜੀ ਦੇ ਨਾਲ ਚਿਪਕਾ ਦਿੱਤਾ। ਅੱਬਾਸ ਨੇ ਡੱਬਾ ਬੰਦ ਕੀਤਾ ਤੇ ਉਹਨੂੰ ਲੈ ਕੇ ਹਸਪਤਾਲ ਰਵਾਨਾ ਹੋ ਗਿਆ। ਜਾਣ ਤੋਂ ਪਹਿਲਾਂ ਸਈਦ ਨੇ ਅੱਬਾਸ ਨੂੰ ਕਿਹਾ, ਮੈਂ ਸਮਝਦਾ ਕਿ ਹਸਪਤਾਲ ਜਾ ਕੇ ਤੋਹਫਾ ਦੇਣਾ ਠੀਕ ਨਹੀਂ। ਅੱਬਾਸ ਨੇ ਕਮਰੇ 'ਚੋਂ ਬਾਹਰ ਨਿਕਲ ਕੇ ਜਵਾਬ ਦਿੱਤਾ, ਮੈਂ ਨਰਸਾਂ ਦੇ ਘਰ ਜਾ ਰਿਹਾ, ਹਸਪਤਾਲ ਤਾਂ ਬਿਮਾਰ ਜਾਂਦੇ ਨੇ। ਅੱਬਾਸ ਚਲਾ ਗਿਆ ਤੇ ਸ਼ਾਮੀ ਵਾਪਸ ਆਇਆ। ਜਦੋਂ ਸਈਦ ਚਾਹ ਆਦਿ ਪੀ ਕੇ ਆਪਣੀ ਮਾਂ ਦੇ ਕੋਲ ਬੈਠਣ ਮਗਰੋਂ ਆਪਣੇ ਕਮਰੇ ਵੱਲ ਆ ਰਿਹਾ ਸੀ ਤਾਂ ਉਸੇ ਵੇਲੇ ਦਰਵਾਜ਼ੇ 'ਤੇ ਦਸਤਕ ਹੋਈ ਤੇ ਖਵਾਜਾ ਸਾਹਿਬ ਦੀ ਆਵਾਜ਼ ਬੁਲੰਦ ਹੋਈ ਤਾਂ ਉਹਨੇ ਸਮਝ ਲਿਆ ਕਿ ਅੱਬਾਸ ਹੈ ਤੇ ਕੋਈ ਦਿਲਚਸਪ ਖਬਰ ਲਿਆਇਆ। ਜਦੋਂ ਦੋਵੇਂ ਜਣੇ ਤਸੱਲੀ ਨਾਲ ਕਮਰੇ 'ਚ ਬੈਠ ਗਏ ਤਾਂ ਗੱਲਾਂ ਸ਼ੁਰੂ ਹੋਈਆਂ।
ਅੱਬਾਸ ਨੇ ਗੱਲ ਸ਼ੁਰੂ ਕੀਤੀ, ਬਈ ਮੈਨੂੰ ਤਾਂ ਇਹ ਸ਼ੱਕ ਹੁੰਦਾ ਹੈ ਕਿ ਉਹਨੂੰ ਤੇਰੇ ਨਾਲ ਬੜੀ ਮੁਹੱਬਤ ਹੈ ਤੇ ਉਹ ਦਿਨੇ ਰਾਤੀ ਤੇਰੀ ਜੁਦਾਈ ਵਿੱਚ ਹੌਕੇ ਭਰਦੀ ਰਹਿੰਦੀ ਹੈ, ਰਾਤ ਨੂੰ ਸੌਂ ਨਹੀਂ ਸਕਦੀ ਵਗੈਰਾ ਵਗੈਰਾ। ਓਏ ਨਹੀਂ, ਤੂੰ ਮਜ਼ਾਕ ਨਾ ਸਮਝੀ। ਉਹਨੇ ਆਪ ਤਾਂ ਕੁਛ ਨਹੀਂ ਆਖਿਆ, ਪਰ ਮੈਂ ਅੰਦਾਜ਼ਾ ਲਾਇਆ ਕਿ ਉਹ ਤੇਰੀ ਮੁਹੱਬਤ 'ਚ ਫਸ ਗਈ ਹੈ। ਪਤਾ ਨਹੀਂ ਤੂੰ ਉਹ 'ਤੇ ਕਿਹੜਾ ਜਾਦੂ ਕੀਤਾ ਹੈ। ਮੈਂ ਪੂਰੀ ਗੱਲ ਤਾਂ ਸੁਣ ਲਵਾਂ। ਮੈਂ ਉੱਥੇ ਗਿਆ, ਉਹਦਾ ਟਿਕਾਣਾ ਪਤਾ ਕੀਤਾ। ਉਹ ਡਿਊਟੀ 'ਤੇ ਨਹੀਂ ਸੀ, ਇਸ ਲਈ ਉਹਨੇ ਮੈਨੂੰ ਆਪਣੇ ਛੋਟੇ ਜਿਹੇ ਕਮਰੇ 'ਚ ਬੁਲਾ ਲਿਆ। ਮੇਰੇ ਆਉਣ ਦਾ ਕਾਰਨ ਪੁੱਛਿਆ। ਮੈਂ ਸਾੜੀ ਵਾਲਾ ਡੱਬਾ ਉਹਨੂੰ ਫੜਾਇਆ। ਡੱਬਾ ਖੋਲ੍ਹ ਕੇ ਜਦੋਂ ਉਹਨੇ ਸਾੜੀ ਦੇਖੀ ਤਾਂ ਉਹਦੀਆਂ ਅੱਖਾਂ ਭਿੱਜ ਗਈਆਂ। ਆਖਣ ਲੱਗੀ, ਐਵੇਂ ਤਕਲੀਫ ਕੀਤੀ, ਪਰ ਮੈਨੂੰ ਇਹ ਸਾੜੀ ਬਹੁਤ ਪਸੰਦ ਹੈ। ਉਹਨਾਂ ਦੀ ਪਸੰਦ ਬੜੀ ਵਧੀਆ ਹੈ। ਉਂਝ ਤਾਂ ਚਿੱਟੀ ਸਾੜੀ ਪਾ ਪਾ ਕੇ ਮੈਂ ਅੱਕ ਗਈ ਹਾਂ, ਪਰ ਇਸ 'ਚ ਕੋਈ ਖਾਸ ਗੱਲ ਹੈ। ਇਹ ਬਾਰਡਰ ਕਿੰਨਾ ਪਿਆਰਾ ਹੈ। ਜੇਕਰ ਵੱਡਾ ਹੁੰਦਾ ਤਾਂ ਸਾਰੀ ਖੂਬਸੂਰਤੀ ਬੇਕਾਰ ਹੋ ਜਾਂਦੀ। ਮੇਰੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ। ਪਰ ਉਹ ਆਪ ਕਿਉਂ ਨਾ ਆਏ? ਯਾਨੀ ਉਹਨਾਂ ਨੂੰ ਖੁਦ ਆਉਣਾ ਚਾਹੀਦਾ ਸੀ। ਇਹ ਕਹਿੰਦਿਆਂ ਰੁਕ ਗਈ ਤੇ ਗੱਲ ਦਾ ਰੁਖ ਬਦਲ ਦਿੱਤਾ। ਤੁਸੀਂ ਵੀ ਬੜੀ ਖੇਚਲ ਕੀਤੀ, ਮੈਨੂੰ ਤੁਹਾਡਾ ਵੀ ਸ਼ੁਕਰੀਆ ਕਰਨਾ ਚਾਹੀਦਾ। ਇਹ ਸੁਣ ਕੇ ਸਈਦ ਨੇ ਅੱਬਾਸ ਤੋਂ ਪੁੱਛਿਆ, ਪਰ ਇਸ ਗੱਲਬਾਤ ਤੋਂ ਆਖਰ ਕੀ ਸਿੱਧ ਹੁੰਦਾ ਹੈ? ਕੁਝ ਵੀ ਤਾਂ ਨਹੀਂ। ਲੈ ਬਈ, ਮੇਰੇ ਦੱਸਣ ਨਾਲ ਕੀ ਸਿੱਧ ਹੋਏਗਾ? ਮਿਸ ਫਰੀਆ ਨਹੀਂ। ਹਾਂ, ਤੂੰ ਵੀ ਹੁੰਦਾ ਤਾਂ ਉਹੀ ਨਤੀਜਾ ਕੱਢਦਾ ਜਿਹੜਾ ਮੈਂ ਕੱਢਿਆ। ਫਿਰ ਉਹਨੇ ਇਹ ਵੀ ਤਾਂ ਕਿਹਾ ਹੈ ਕਿ ਉਹਨਾਂ ਨੂੰ ਆਖਣਾ ਕਿ ਵੇਲੇ ਕੁ ਵੇਲੇ ਜਦੋਂ ਇੱਧਰ ਕੰਪਨੀ ਬਾਗ ਵੱਲ ਆਓ ਤਾਂ ਮੈਨੂੰ ਜ਼ਰੂਰ ਮਿਲਣਾ। ਮੇਰੇ ਕਮਰੇ ਦਾ ਨੰਬਰ ਤੁਸੀਂ ਉਹਨਾਂ ਨੂੰ ਦੱਸ ਦੇਣਾ, ਇਸ ਲਈ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਏਗੀ। ਰੁਕ, ਤੈਨੂੰ ਪਤਾ ਹੈ ਉਹਦੇ ਬਾਅਦ ਉਹਨੇ ਕੀ ਕਿਹਾ? ਤੈਨੂੰ ਕਿਹਾ ਹੋਣਾ ਤਸ਼ਰੀਫ ਲੈ ਜਾਓ। ਉਹਨੇ ਛੋਟੇ ਜਿਹੇ ਪੈਡ 'ਤੇ ਤੈਨੂੰ ਇੱਕ ਖੱਤ ਲਿਖਿਆ, ਪਰ ਥੋੜ੍ਹੀ ਦੇਰ ਸੋਚ ਕੇ ਉਹਨੂੰ ਪਾੜ ਦਿੱਤਾ। ਫਿਰ ਇੱਕ ਨਵਾਂ ਲਿਖਿਆ, ਉਹਨੂੰ ਵੀ ਪਾੜ ਸੁੱਟਿਆ। ਮੇਰੇ ਵੱਲ ਬੇਵਕੂਫਾਂ ਵਾਂਗ ਵੇਖ ਕੇ ਘਬਰਾਈ ਹੋਈ ਆਵਾਜ਼ 'ਚ ਕਹਿਣ ਲੱਗੀ, ਸਮਝ ਨਹੀਂ ਆਉਂਦੀ ਸ਼ੁਕਰੀਆ ਕਿਹਨਾਂ ਸ਼ਬਦਾਂ 'ਚ ਅਦਾ ਕਰਾਂ। ਇਹ ਆਖ ਕੇ ਉਹਨੇ ਫਿਰ ਕੋਸ਼ਿਸ਼ ਕੀਤੀ, ਜੋ ਲਾਭਕਾਰੀ ਸਿੱਧ ਹੋਈ। ਬੜੀ ਸੋਚ ਵਿਚਾਰ ਮਗਰੋਂ ਉਹਨੇ ਇੱਕ ਖੱਤ ਲਿਖਿਆ, ਉਸੇ ਲਿਫਾਫੇ 'ਚ ਬੰਦ ਕਰਕੇ ਮੈਨੂੰ ਦਿੱਤਾ ਤੇ ਕਿਹਾ, ਇਹ ਉਹਨਾਂ ਨੂੰ ਦੇ ਦੇਣਾ। ਮੈਂ ਖੱਤ ਲੈ ਕੇ ਬਾਹਰ ਨਿਕਲਿਆ ਤੇ ਸਈਦ ਨੇ ਪੁੱਛਿਆ, ਕਿੱਥੇ ਹੈ? ਅੱਬਾਸ ਨੇ ਬੜੀ ਬੇਪਰਵਾਹੀ ਨਾਲ ਜਵਾਬ ਦਿੱਤਾ, ਮੇਰੇ ਕੋਲ। ਹਾਂ, ਤਾਂ ਮੈਂ ਬਾਹਰ ਆ ਕੇ ਲਿਫਾਫੇ ਨੂੰ ਦੇਖਿਆ। ਉੱਤੇ ਲਿਖਿਆ ਸੀ ਪ੍ਰਾਈਵੇਟ, ਪਰ ਫਿਰ ਵੀ ਮੈਂ ਖੋਲ੍ਹ ਲਿਆ। ਤੂੰ ਖੋਲ੍ਹ ਲਿਆ? ਖੋਲ੍ਹ ਲਿਆ ਤੇ ਪੜ੍ਹ ਕੇ ਦੇਖਿਆ। ਪਤਾ ਲੱਗਿਆ ਕਿ ਉਹ ਤੈਨੂੰ ਮਿਲਣ ਲਈ ਕਿੰਨੀ ਬੇਕਰਾਰ ਹੈ। ਖੱਤ ਦਾ ਵਿਸ਼ਾ ਇਹ ਹੈ, ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ। ਮੇਰੀ ਤਬੀਅਤ ਅੱਜ ਕੱਲ੍ਹ ਬੜੀ ਉਦਾਸ ਹੈ। ਸਾੜੀ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਇਹਨੂੰ ਪਰਸੋਂ ਖੇਡ ਵਿੱਚ ਪਹਿਨ ਕੇ ਜਾਵਾਂਗੀ, ਜੋ ਕਿ ਛਾਉਣੀ 'ਚ ਹੋ ਰਹੀ ਹੈ। ਇਹ ਆਖ ਕੇ ਉਹਨੇ ਜੇਬ 'ਚ ਹੱਥ ਪਾਇਆ, ਖੱਤ ਕੱਢ ਕੇ ਸਈਦ ਨੂੰ ਦਿੱਤਾ। ਉਹੀ ਵਿਸ਼ਾ ਸੀ ਜੋ ਅੱਬਾਸ ਨੇ ਸੁਣਾਇਆ ਸੀ। ਫਰਕ ਸਿਰਫ ਇੰਨਾ ਸੀ ਕਿ ਮਿਸ ਫਰੀਆ ਨੇ ਅੰਗਰੇਜ਼ੀ 'ਚ 4 ਸਤਰਾਂ ਲਿਖੀਆਂ ਸਨ, ਜਿਨ੍ਹਾਂ ਦਾ ਤਰਜਮਾ ਅੱਬਾਸ ਨੇ ਕਰ ਦਿੱਤਾ। ਇਹ ਖੱਤ ਪੜ੍ਹ ਕੇ ਸਈਦ ਸੋਚੀ ਪੈ ਗਿਆ। ਮੈਨੂੰ ਕਾਹਦੇ ਲਈ ਮਿਲਣਾ ਚਾਹੁੰਦੀ ਹੈ ਤੇ ਉਦਾਸ ਕਾਹਨੂੰ ਹੈ? ਕੀ ਉਦਾਸੀ ਮੈਨੂੰ ਮਿਲਣ ਨਾਲ ਦੂਰ ਹੋ ਜਾਏਗੀ? ਕੀ ਇਹ ਮੁਮਕਿਨ ਹੈ ਕਿ ਉਹਦੀ ਤਬੀਅਤ ਵਿੱਚ ਉਦਾਸੀ ਭਰਨ ਵਾਲਾ ਮੈਂ ਹੀ ਹਾਂ? ਕੀ ਸੱਚਮੁੱਚ ਅੱਬਾਸ ਦੇ ਕਹਿਣ ਮੁਤਾਬਕ ਉਹ ਮੇਰੇ ਨਾਲ ਮੁਹੱਬਤ ਕਰਦੀ ਹੈ? ਉਸ ਆਖਰੀ ਖਿਆਲ ਤੇ ਉਹਨੂੰ ਮੱਲੋ ਮੱਲੀ ਹਾਸਾ ਆ ਗਿਆ। ਅੱਬਾਸ ਨੂੰ ਵੀ ਆਵਾਜ਼, ਤੂੰ ਵੀ ਨਿਰਾ ਬੇਵਕੂਫ ਹੈ। ਉਹਨੂੰ ਮੇਰੇ ਨਾਲ ਮੁਹੱਬਤ ਨਹੀਂ ਹੋਈ, ਸਗੋਂ ਕਿਸੇ ਹੋਰ ਨਾਲ ਹੋਈ ਹੈ ਤੇ ਮੈਨੂੰ ਉਹਦਾ ਸਾਰਾ ਹਾਲ ਸੁਣਾਉਣਾ ਚਾਹੁੰਦੀ ਹੈ। ਮੈਂ ਉਹਨੂੰ ਇੱਕ ਵਾਰੀ ਮਜ਼ਾਕ 'ਚ ਕਹਿ ਰਿਹਾ ਸੀ ਕਿ ਜਿਉਂ ਹੀ ਤੂੰ ਕਿਸੇ ਨੂੰ ਪਿਆਰ ਕਰਨ ਲੱਗੇ ਮੈਨੂੰ ਜ਼ਰੂਰ ਦੱਸੀ। ਹੋ ਸਕਦਾ ਹੈ ਕਿ ਕਿਊਪਿਡ ਨੇ ਉਹਦੇ ਸੀਨੇ 'ਤੇ ਆਪਣਾ ਪਹਿਲਾ ਤੀਰ ਚਲਾ ਦਿੱਤਾ ਹੋਵੇ। ਖੈਰ ਛੱਡੋ ਇਸ ਕਿੱਸੇ ਨੂੰ। ਇਹ ਦੱਸ ਕਿ ਤੂੰ ਕਿਸੇ ਐਂਗਲੋ ਇੰਡੀਅਨ ਲੜਕੀ ਨਾਲ ਮੁਹੱਬਤ ਕੀਤੀ ਹੈ? ਅੱਬਾਸ ਨੇ ਬੜੀ ਸੰਜੀਦਗੀ ਨਾਲ ਕਿਹਾ, ਮੈਂ ਠੇਠ ਯੂਰਪੀ ਕੁੜੀ ਤੋਂ ਲੈ ਕੇ ਭੰਗਣ ਤੱਕ ਸਭ ਨਾਲ ਮੁਹੱਬਤ ਕੀਤੀ ਹੈ, ਪਰ ਇਹ ਮੁਹੱਬਤ ਤੋੜ ਤੱਕ ਕਦੇ ਨਹੀਂ ਪੁੱਜ ਸਕੀ। ਸੱਚ ਪੁੱਛੇ ਤਾਂ ਮੈਂ ਤੇਰੀ ਇਸ ਫਰੀਆ ਨਾਲ ਵੀ ਮੁਹੱਬਤ ਕਰਨ ਲੱਗਾ, ਪਰ ਇਸ ਕਿਸੇ ਦਾ ਕੀ ਕਰਾਂ? ਜਿਵੇਂ ਕਿ ਤੂੰ ਆਖਿਆ, ਉਹ ਕਿਸੇ ਹੋਰ ਦੀ ਮੁਹੱਬਤ 'ਚ ਪੈ ਚੁੱਕੀ ਹੈ। ਮੈਂ ਸਮਝਦਾ ਆਪਣਾ ਸਿਲਸਿਲਾ ਐਵੇਂ ਹੀ ਚੱਲਦਾ ਰਹੇਗਾ। ਆਖਰ ਇੱਕ ਦਿਨ ਸ਼ਾਦੀ ਹੋ ਜਾਏਗੀ ਤੇ ਚਲੋ ਛੁੱਟੀ ਹੋਈ। ਅੱਬਾਸ ਉਦਾਸ ਹੋ ਗਿਆ। ਇਸ ਤੇ ਸਈਦ ਨੇ ਪੁੱਛਿਆ, ਅੱਬਾਸ ਤੂੰ ਵਾਕਈ ਕਿਸੇ ਨਾਲ ਮੁਹੱਬਤ ਕਰਨਾ ਚਾਹੁੰਦਾ ਹੈ? ਅੱਬਾਸ ਤੜਫ ਕੇ ਬੋਲਿਆ, ਇਹ ਵਾਕਈ ਮੁਹੱਬਤ ਦੀ ਵੀ ਖੂਬ ਰਹੀ। ਉਹ ਬਈ, ਇੱਕ ਜ਼ਮਾਨਾ ਹੋ ਗਿਆ ਕੋਸ਼ਿਸ਼ ਕਰਦਿਆਂ ਤੇ ਹੁਣ ਤਾਂ ਮੁਹੱਬਤ ਦੀ ਖਾਹਿਸ਼ ਬੜੀ ਸ਼ਿੱਦਤ ਅਖਤਿਆਰ ਕਰ ਗਈ ਹੈ। ਕੋਈ ਵੀ ਹੋਵੇ, ਪਰ ਔਰਤ ਹੋਵੇ। ਖੁਦਾ ਦੀ ਕਸਮ ਮਜ਼ਾ ਆ ਜਾਏ। ਇਹ ਆਖ ਕੇ ਅੱਬਾਸ ਨੇ ਮਜ਼ਾ ਲੈਣ ਖਾਤਰ ਜ਼ੋਰ ਨਾਲ ਆਪਣੇ ਹੱਥ ਮਲਣੇ ਸ਼ੁਰੂ ਕਰ ਦਿੱਤੇ। ਪਰ ਮੈਂ ਅਜਿਹੀ ਮੁਹੱਬਤ ਦਾ ਕਾਇਲ ਨਹੀਂ ਜਿਹੜੀ ਤਪਦਿਕ ਰੋਗ ਵਾਂਗ ਹਮੇਸ਼ਾ ਦੇ ਲਈ ਚੰਬੜ ਜਾਏ। ਮੈਂ ਜ਼ਿਆਦਾ ਤੋਂ ਜ਼ਿਆਦਾ 1 ਜਾਂ 2 ਸਾਲ ਦੇ ਲਈ ਔਰਤ ਨਾਲ ਇਸ਼ਕ ਕਰ ਸਕਦਾ, ਬਸ। ਇਹ ਤੋਂ ਜ਼ਿਆਦਾ ਇਸ਼ਕ ਕਰਨਾ ਮੇਰੇ ਲਈ ਜਹਾਲਤ ਹੈ। ਗਾਲਿਬ ਨੇ ਵੀ ਖੂਬ ਕਿਹਾ ਹੈ ਕਿ ਮਿਸਰੀ ਦੀ ਮੱਖੀ ਬਣੋ, ਸ਼ਹਿਦ ਦੀ ਮੱਖੀ ਨਾ ਬਣੋ। ਤਾਂ ਵੀ ਮੈਂ ਤਾਂ ਮਿਸਰੀ ਦੀ ਮੱਖੀ। ਆਪਣਾ ਤਾਂ ਇਹੀ ਅਸੂਲ ਹੈ, ਚਾਹੇ ਇਸ਼ਕ ਹੋਵੇ ਤੇ ਚਾਹੇ ਨਾ ਹੋਵੇ, ਪਰ ਇਹ ਅਸੂਲ ਨਹੀਂ ਬਦਲਣਾ। ਸ਼ਾਦੀ ਅਲੱਗ ਰਹੇ,
ਇਸ਼ਕ ਜੁਦਾ ਹੋਵੇ, ਯਾ ਅੱਲਾ ਜੇ ਇੰਜ ਹੋ ਜਾਏ ਤਾਂ ਕੀ ਕਹਿਣੇ। ਪਰ ਮੈਨੂੰ ਇਉਂ ਲੱਗਦਾ ਕਿ ਬਸ ਹੁਣ ਕਿਸੇ ਨਾਲ ਇਸ਼ਕ ਕਰਨ 'ਚ ਕਾਮਯਾਬ ਹੋਣ ਹੀ ਵਾਲਾ। ਇੱਕ ਕਿਲਾ ਸਰ ਹੋ ਗਿਆ ਤਾਂ ਬਸ ਸਾਰਾ ਜਰਮਨੀ ਮੇਰਾ ਹੈ। ਮੈਂ ਇਹ ਸੈਗਫਰੇਡ ਲਾਈਨ ਤੋੜਨੀ ਹੈ, ਜਿਸ ਦਿਨ ਟੁੱਟ ਗਈ ਬੇੜਾ ਪਾਰ ਹੀ ਸਮਝੋ। ਅਬਾਸ ਦੀਆਂ ਗੱਲਾਂ ਸੁਣ ਕੇ ਸਈਦ ਨੇ ਆਪਣੇ ਤੇ ਉਹਦੇ ਇਸ਼ਕ ਦੀ ਤੁਲਨਾ ਕੀਤੀ। ਜ਼ਮੀਨ ਅਸਮਾਨ ਦਾ ਫਰਕ ਸੀ, ਪਰ ਇੱਕ ਗੱਲ ਜ਼ਰੂਰ ਸੀ। ਅਬਾਸ ਨੇ ਬਾਕੀ ਆਦਮੀਆਂ ਵਾਂਗ ਆਪਣੇ ਜਿਸਮਾਨੀ ਇਸ਼ਕ ਤੇ ਪਰਦਾ ਨਹੀਂ ਸੀ ਪਾਇਆ। ਉਹਨੇ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਉਹ 1 ਜਾਂ 2 ਸਾਲਾਂ ਤੋਂ ਜ਼ਿਆਦਾ ਕਿਸੇ ਔਰਤ ਨਾਲ ਇਸ਼ਕ ਕਰਨਾ ਹਿਮਾਕਤ ਸਮਝਦਾ ਹੈ। ਇਸ਼ਕ ਕਿੰਨੀ ਦੇਰ ਕਾਇਮ ਰਹਿੰਦਾ ਇਹ ਸਈਦ ਨੂੰ ਪਤਾ ਨਹੀਂ ਸੀ। ਮਿਆਦੀ ਬੁਖਾਰ ਵਾਂਗ ਕੀ ਇਹਦਾ ਸਮਾਂ ਸੀਮਤ ਹੈ, ਇਹ ਵੀ ਉਹਦੀ ਜਾਣਕਾਰੀ 'ਚ ਨਹੀਂ ਸੀ। ਮਿਆਦੀ ਬੁਖਾਰ ਉਹਨੂੰ ਇੱਕ ਵਾਰ ਚੜ੍ਹਿਆ ਸੀ ਤੇ ਉਹਦੀ ਮਾਂ ਦੇ ਦੱਸਣ ਮੁਤਾਬਕ 1.25 ਮਹੀਨੇ ਤੱਕ ਰਿਹਾ ਸੀ। ਪਰ ਇਹ ਇਸ਼ਕ ਜੋ ਹੁਣੇ-ਹੁਣੇ ਉਹਦੇ ਦਿਲ 'ਚ ਪੈਦਾ ਹੋਇਆ ਸੀ, ਕਦ ਤੱਕ ਉਹਨੂੰ ਤਕਲੀਫ ਦਿੰਦਾ ਰਹੇਗਾ? ਇਹ ਸਵਾਲ ਉਹਦੇ ਦਿਮਾਗ 'ਚ ਪੈਦਾ ਹੋਇਆ ਹੀ ਸੀ ਕਿ ਰਾਜੋ ਤੇ ਉਹਦੇ ਇਰਦ-ਗਿਰਦ ਦੀਆਂ ਤਮਾਮ ਚੀਜ਼ਾਂ ਨਜ਼ਰਾਂ ਦੇ ਸਾਹਮਣੇ ਘੁੰਮਣ ਲੱਗੀਆਂ ਤੇ ਉਸ ਆਦਮੀ ਵਾਂਗ ਜੋ ਅਚਾਨਕ ਕਿਸੇ ਮੁਸੀਬਤ 'ਚ ਫਸ ਜਾਏ, ਬਹੁਤ ਹੀ ਘਬਰਾ ਗਿਆ। ਇਸ ਲਈ ਉਹਨੇ ਫੌਰਨ ਹੀ ਆਪਣੇ ਆਪ ਨੂੰ ਇਹਨਾਂ ਖਿਆਲਾਂ ਤੋਂ ਛੁਟਕਾਰਾ ਦਿਵਾਉਣ ਲਈ ਅਬਾਸ ਨੂੰ ਕਿਹਾ, ਅਬਾਸ, ਅੱਜ ਕੋਈ ਪਿਕਚਰ ਦੇਖਣੀ ਚਾਹੀਦੀ ਹੈ। ਅਬਾਸ ਜੀ ਦੇ ਦਿਮਾਗ 'ਚ ਇਸ਼ਕ ਵਸਿਆ ਹੋਇਆ ਸੀ। ਆਖਣ ਲੱਗਾ, ਖਾਲੀ ਤਸਵੀਰ ਨਾਲ ਪਿਆਸ ਨਹੀਂ ਬੁਝਣੀ ਮਿੱਤਰਾ, ਮੈਨੂੰ ਔਰਤ ਚਾਹੀਦੀ ਹੈ, ਔਰਤ ਗਰਮ-ਗਰਮ, ਜਿਹਦੀਆਂ ਗੱਲਾਂ 'ਤੇ ਮੈਂ ਆਪਣੀ ਮੁਹੱਬਤ ਦੇ ਠੰਡੇ ਹੋਠ ਸੇਕ ਸਕਾਂ। ਤੈਨੂੰ ਇੱਕ ਮੌਕਾ ਮਿਲ ਰਿਹਾ ਹੈ, ਹੱਥੋਂ ਨਾ ਜਾਣ ਦੇ। ਜਾ, ਨਰਸ ਤੇਰੀ ਹੈ, ਸੱਚ ਜਾਣੀ ਤੇਰੀ ਹੈ। ਉਹਦੀਆਂ ਅੱਖਾਂ ਨੇ ਮੈਨੂੰ ਦੱਸ ਦਿੱਤਾ ਸੀ ਕਿ ਉਹ ਇੱਕ ਗਲਤੀ ਕਰਕੇ ਰੋਣਾ ਚਾਹੁੰਦੀ ਹੈ। ਜਾ, ਉਹਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਗਲਤੀ ਵਿੱਚ ਬਦਲ ਦੇ। ਬੇਵਕੂਫ ਨਾ ਬਣ। ਜੇ ਗਲਤੀਆਂ ਨਾ ਹੁੰਦੀਆਂ ਤਾਂ ਔਰਤਾਂ ਵੀ ਨਾ ਹੁੰਦੀਆਂ। ਮੇਰੀ ਤਾਂ ਸਮਝ ਨਹੀਂ ਆਉਂਦੀ ਤੇਰਾ ਫਲਸਫਾ ਕੀ ਹੈ। ਬਈ ਇੱਕ ਜਵਾਨ ਕੁੜੀ ਤੇਰੇ ਜ਼ਰੀਏ ਆਪਣੀ ਜ਼ਿੰਦਗੀ ਦਾ ਫਸਾਨਾ ਰੰਗੀਨ ਬਣਾਉਣਾ ਚਾਹੁੰਦੀ ਹੈ। ਤੂੰ ਜੇਕਰ ਆਪਣੇ ਰੰਗਾਂ ਦਾ ਡੱਬਾ ਬੰਦ ਕਰ ਲਵੇਂ ਤਾਂ ਇਹ ਤੇਰੀ ਗਲਤੀ ਹੈ। ਕਾਸ਼ ਤੇਰੀ ਥਾਂ ਜੇ ਮੈਂ ਹੁੰਦਾ ਤਾਂ ਫਿਰ ਵੇਖਦਾ ਕਿਹੜੇ-ਕਿਹੜੇ ਗੂੜੇ ਰੰਗ ਉਹਦੀ ਜ਼ਿੰਦਗੀ 'ਚ ਭਰਦਾ। ਅਬਾਸ ਦੀਆਂ ਗੱਲਾਂ ਸਈਦ ਉਹਨਾਂ ਕੰਨਾਂ ਨਾਲ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਨ੍ਹਾਂ 'ਚ ਰਾਜੋ ਦੀ ਮੁਹੱਬਤ ਭਿਣਭਿਣਾ ਰਹੀ ਸੀ। ਹਸਪਤਾਲ ਵਿੱਚ ਉਹਨੂੰ ਲਗਭਗ ਭੁੱਲ ਹੀ ਚੁੱਕਾ ਸੀ, ਪਰ ਹੁਣ ਪਹਿਲੇ ਹੀ ਦਿਨ ਘਰ ਆ ਕੇ ਉਹ ਫਿਰ ਉਹਦੇ ਅੰਦਰ ਦਾਖਲ ਹੋ ਗਈ ਸੀ। ਅਬਾਸ ਗੱਲਾਂ ਕਰ ਹੀ ਰਿਹਾ ਸੀ ਕਿ ਉਹਦੇ ਦਿਲ 'ਚ ਇੱਕ ਇੱਛਾ ਪੈਦਾ ਹੋ ਰਹੀ ਸੀ ਕਿ ਉੱਠੇ ਤੇ ਅੰਦਰ ਜਾ ਕੇ ਰਾਜੋ ਨੂੰ ਇੱਕ ਵਾਰ ਵੇਖ ਆਵੇ। ਉਹਦੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਨਾ ਵੇਖੇ, ਨਫ਼ਰਤ ਭਰੀਆਂ ਨਜ਼ਰਾਂ ਨਾਲ ਹੀ ਵੇਖੇ, ਪਰ ਦੇਖੇ ਜ਼ਰੂਰ। ਪਰ ਇਹਦੇ ਨਾਲ ਹੀ ਨਾਲ ਉਹ ਇਹ ਵੀ ਨਹੀਂ ਸੀ ਚਾਹੁੰਦਾ ਕਿ ਜਿਹੜਾ ਫੈਸਲਾ ਕਰ ਚੁੱਕਾ ਹੈ ਇੰਨੀ ਛੇਤੀ ਬਰਬਾਦ ਹੋ ਜਾਏ। ਇਸ ਲਈ ਬੜੀ ਹਿੰਮਤ ਤੋਂ ਕੰਮ ਲੈ ਕੇ ਉਹਦੇ ਖਿਆਲ ਨੂੰ ਇੱਕ ਵਾਰੀ ਫਿਰ ਉਹਨੇ ਆਪਣੇ ਦਿਲ ਦੇ ਅੰਦਰ ਕੁਚਲ ਦਿੱਤਾ ਤੇ ਉੱਠ ਖੜਾ ਹੋਇਆ। ਅਬਾਸ, ਕੋਈ ਹੋਰ ਗੱਲ ਕਰ। ਸੱਚ ਪੁੱਛੇ ਤਾਂ ਮੈਂ ਮੁਹੱਬਤ ਦਾ ਸਹੀ ਮਤਲਬ ਹੀ ਹਾਲੇ ਤੀਕ ਸਮਝ ਨਹੀਂ ਸਕਿਆ, ਪਰ ਇੰਨੀ ਗੱਲ ਜ਼ਰੂਰ ਜਾਣਦਾ ਕਿ ਇਹ ਮੁਹੱਬਤ ਉਹ ਚੀਜ਼ ਨਹੀਂ ਹੈ ਜਿਹਦਾ ਜ਼ਿਕਰ ਤੂੰ ਅਕਸਰ ਕਰਦਾ ਹੁੰਦਾ ਹੈ। ਤੂੰ ਇੱਕ ਔਰਤ ਨਾਲ ਸਿਰਫ 1-2 ਸਾਲ ਤੱਕ ਹੀ ਮੁਹੱਬਤ ਕਰਨ ਦੇ ਕਾਬਲ ਹੈ, ਪਰ ਮੈਂ ਤਾਂ ਉਮਰ ਭਰ ਦਾ ਪਟਾ ਲਗਵਾਉਣਾ ਚਾਹੁੰਦਾ। ਜੇਕਰ ਮੈਨੂੰ ਕਿਸੇ ਨਾਲ ਇਸ਼ਕ ਹੋ ਜਾਏ ਤਾਂ ਮੈਂ ਉਸ 'ਤੇ ਆਪਣੀ ਮਲਕੀਅਤ ਚਾਹੁੰਦਾ ਹੈ। ਉਹ ਔਰਤ ਸਾਰੀ ਦੀ ਸਾਰੀ ਮੇਰੀ ਹੋਣੀ ਚਾਹੀਦੀ ਹੈ। ਉਹਦਾ ਇੱਕ ਜ਼ਰਾ ਮੇਰੀ ਮੁਹੱਬਤ ਦੇ ਮੁਤਾਬਿਕ ਹੋਣਾ ਚਾਹੀਦਾ ਹੈ। ਆਸ਼ਿਕ ਤੇ ਡਿਕਟੇਟਰ 'ਚ ਕੋਈ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ। ਦੋਵੇਂ ਤਾਕਤ ਚਾਹੁੰਦੇ ਨੇ, ਦੋਵੇਂ ਹੁਕਮਰਾਨੀ ਦੀ ਆਖਰੀ ਹੱਦ 'ਤੇ ਖਾਸ਼ਮੰਦ ਨੇ। ਮੁਹੱਬਤ? ਤੂੰ ਮੁਹੱਬਤ ਪੁਕਾਰਦਾ, ਮੈਂ ਖੁਦ ਮੁਹੱਬਤ ਕਰਦਾ, ਪਰ ਇਸ ਬਾਰੇ ਅਸੀਂ ਕਿੰਨਾ ਜਾਣਦੇ ਹਾਂ। ਕਿਸੇ ਗੁਫਾ ਵਿੱਚ ਜਾਂ ਬਾਗ ਦੀ ਕਿਸੇ ਸੰਘਣੀ ਝਾੜੀ ਦੇ ਪਿੱਛੇ ਜੇਕਰ ਤੁਹਾਡੀ ਕਿਸੇ ਕਾਮ ਵਾਸਨਾ ਦੀ ਭੁੱਖੀ ਔਰਤ ਨਾਲ ਮੁਲਾਕਾਤ ਹੋ ਜਾਏ ਤਾਂ ਕੀ ਤੁਸੀਂ ਆਖੋਗੇ ਮੈਂ ਇਸ਼ਕ ਲੜਾਇਆ, ਮੇਰੀ ਜ਼ਿੰਦਗੀ 'ਚ ਇੱਕ ਰੋਮਾਂਸ ਦਖਲ ਹੋ ਗਿਆ? ਗਲਤ ਹੈ, ਬਿਲਕੁਲ ਗਲਤ। ਇਹ ਮੁਹੱਬਤ ਨਹੀਂ, ਮੁਹੱਬਤ ਕੁਛ ਹੋਰ ਹੈ। ਮੈਂ ਇਹ ਵੀ ਨਹੀਂ ਆਖਦਾ ਕਿ ਮੁਹੱਬਤ ਇੱਕ ਪਵਿੱਤਰ ਜਜ਼ਬੇ ਦਾ ਨਾਂ ਹੈ ਜਿਵੇਂ ਸਾਡੇ ਬਜ਼ੁਰਗ ਆਖਦੇ ਹੁੰਦੇ ਨੇ। ਇਹ ਕਾਮ ਵਾਸਨਾ ਤੋਂ ਬਿਲਕੁਲ ਅਛੂਤੀ ਵੀ ਨਹੀਂ ਹੋਣੀ ਚਾਹੀਦੀ। ਮੈਂ ਇਹਨੂੰ ਵੀ ਨਹੀਂ ਮੰਨਦਾ। ਮੈਨੂੰ ਇੰਝ ਜਾਪਦਾ ਹੈ ਕਿ ਮੈਨੂੰ ਪਤਾ ਹੈ ਕਿ ਮੁਹੱਬਤ ਕੀ ਹੈ, ਪਰ ਮੈਂ ਸਪਸ਼ਟ ਤੌਰ 'ਤੇ ਆਪਣਾ ਮਤਲਬ ਬਿਆਨ ਨਹੀਂ ਕਰ ਸਕਦਾ। ਮੈਂ ਸਮਝਦਾ ਕਿ ਮੁਹੱਬਤ ਹਰ ਬੰਦੇ ਅੰਦਰ ਇੱਕ ਖਾਸ ਵਿਸ਼ੇਸ਼ਤਾ ਲੈ ਕੇ ਪੈਦਾ ਹੁੰਦੀ ਹੈ। ਜਿੱਥੋਂ ਤੀਕ ਕਿਰਿਆ ਦਾ ਸੰਬੰਧ ਹੈ, ਇੱਕ ਹੀ ਰਹਿੰਦੀ ਹੈ। ਅਮਲ ਵੀ ਇੱਕ ਹੀ ਹੈ, ਨਤੀਜਾ ਵੀ ਆਮ ਤੌਰ 'ਤੇ ਇੱਕੋ ਜਿਹਾ ਹੀ ਨਿਕਲਦਾ ਹੈ। ਪਰ ਜਿਸ ਤਰ੍ਹਾਂ ਰੋਟੀ ਖਾਣ ਵਾਲੇ ਦੀ ਕਿਰਿਆ ਦੇਖਣ ਨੂੰ ਇੱਕੋ ਜਿਹੀ ਹੈ, ਬਹੁਤ ਸਾਰੇ ਆਦਮੀ ਕਾਲੀ ਬੁਰਕੀਆਂ ਪਾਉਂਦੇ ਆ, ਬਿਨਾਂ ਚਬਾਏ ਉਹਨਾਂ ਨੂੰ ਨਿਗਲ ਜਾਂਦੇ ਹੈ ਤੇ ਕਈ ਦੇਰ ਤੀਕ ਚਬਾ ਕੇ ਬੁਰਕੀ ਨੂੰ ਆਪਣੇ ਪੇਟ 'ਚ ਵਾੜਦੇ ਨੇ। ਪਰ ਇਹ ਮਿਸਾਲ ਵੀ ਸਪਸ਼ਟ ਤੌਰ 'ਤੇ ਕੁਝ ਬਿਆਨ ਨਹੀਂ ਕਰ ਸਕਦੀ। ਭਈ ਮੇਰਾ ਦਿਮਾਗ ਖਰਾਬ ਹੋ ਜਾਏਗਾ। ਖੁਦਾ ਦੇ ਲਈ ਇਹ ਮੁਹੱਬਤ ਦੀਆਂ ਗੱਲਾਂ ਖਤਮ ਕਰੋ। ਸਾਡੀ ਮੁਹੱਬਤ ਬਹੁਤ ਸਾਰੇ ਪੱਥਰਾਂ ਹੇਠ ਦੱਬੀ ਹੋਈ ਹੈ। ਜਦੋਂ ਖੁਦਾਈ ਹੋਏਗੀ ਤਾਂ ਉਹਨੂੰ ਕੱਢ ਲਿਆ ਜਾਏਗਾ ਤਾਂ ਉਸ ਵੇਲੇ ਅਸੀਂ ਦੋਵੇਂ ਉਹਦੇ ਬਾਰੇ ਚੰਗੀ ਤਰ੍ਹਾਂ ਨਾਲ ਗੱਲ
ਕਰ ਸਕਾਂਗੇ। ਸਈਦ ਦੀ ਇਸ ਗੱਲਬਾਤ 'ਚ ਇੰਨੇ ਧੱਕੇ ਸਨ ਕਿ ਅब्बास ਦੇ ਦਿਮਾਗ 'ਚ ਅਜਿਹੀ ਹਾਲਤ ਪੈਦਾ ਹੋ ਗਈ ਜਿਹੜੀ 3rd ਕਲਾਸ ਟਾਂਗੇ 'ਚ ਬੈਠ ਕੇ ਟੁੱਟੀ ਫੁੱਟੀ ਸੜਕ 'ਤੇ ਚੱਲਣ ਨਾਲ ਪੈਦਾ ਹੁੰਦੀ ਹੈ। ਉਹ ਵੀ ਉੱਠ ਖੜਾ ਹੋਇਆ। ਪਤਾ ਨਹੀਂ ਤੂੰ ਕੀ ਬਕਵਾਸ ਪਿਆ ਕਰਨਾ ਹੈ, ਪਰ ਮੈਂ ਸਿਰਫ ਇੰਨਾ ਸਮਝਦਾ ਕਿ ਔਰਤ ਨਾਲ ਇਸ਼ਕ ਕਰਨਾ ਤੇ ਜ਼ਮੀਨ ਖਰੀਦਣੀ ਤੇਰੇ ਲਈ ਇੱਕੋ ਹੀ ਗੱਲ ਹੈ। ਇਸ ਲਈ ਤੂੰ ਮੁਹੱਬਤ ਕਰਨ ਦੀ ਬਜਾਏ 1-2 ਵਿਗੇ ਜ਼ਮੀਨ ਦੇ ਖਰੀਦ ਲੈ ਤੇ ਉੱਤੇ ਸਾਰੀ ਉਮਰ ਕਬਜ਼ਾ ਜਮਾਈ ਰੱਖ। ਲਾਹੌਲ ਵਾਲਾ, ਆਖਰ ਤੈਨੂੰ ਹੋ ਕੀ ਗਿਆ? ਤੇਰੇ ਅੰਦਰ ਸ਼ਾਇਰੀ ਦਾ ਕੀ ਹੋਇਆ? ਬਿਮਾਰ ਰਹਿਣ ਮਗਰੋਂ ਤੂੰ ਇੰਨਾ ਰੁੱਖਾ ਕਿਵੇਂ ਹੋ ਗਿਆ? ਬਈ ਇੰਨੀ ਕੁ ਗੱਲ ਤੈਨੂੰ ਸਮਝ ਨਹੀਂ ਆਉਂਦੀ ਕਿ ਇਸ਼ਕ ਜੋ ਜ਼ਿਆਦਾ ਦੇਰ ਤੱਕ ਕਾਇਮ ਰਹੇ ਇਸ਼ਕ ਨਹੀਂ, ਲਾਨਤ ਹੈ। ਅਸੀਂ ਇਨਸਾਨ ਆ, ਫਰਿਸ਼ਤੇ ਨਹੀਂ ਜੋ ਇੱਕੋ ਹੀ ਹੂਰ ਪਾ ਕੇ ਸੰਤੁਸ਼ਟ ਹੋ ਜਾਈਏ। ਜੇਕਰ ਇੱਕ ਹੀ ਔਰਤ ਨਾਲ ਮੈਂ ਆਪਣੇ ਆਪ ਨੂੰ ਹਮੇਸ਼ਾ ਲਈ ਚਿਪਕਾ ਦਿੱਤਾ ਤਾਂ ਜ਼ਿੰਦਗੀ ਫਿੱਕੀ ਹੋ ਜਾਏਗੀ। ਮੈਂ ਖੁਦਕੁਸ਼ੀ ਕਰ ਲਾਂਗਾ। ਜ਼ਿੰਦਗੀ 'ਚ ਸਿਰਫ ਇੱਕ ਔਰਤ, ਸਿਰਫ ਇੱਕ। ਤੇ ਇਹ ਦੁਨੀਆ ਕਿਉਂ ਇਸ ਕਦਰ ਭਰੀ ਪਈ ਹੈ? ਕਿਉਂ ਇਸ 'ਚ ਇੰਨੇ ਤਮਾਸ਼ੇ ਜਮ੍ਹਾਂ ਨੇ? ਸਿਰਫ ਅਨਾਜ ਪੈਦਾ ਕਰਕੇ ਹੀ ਅੱਲਾ ਮੀਆਂ ਨੇ ਆਪਣਾ ਹੱਥ ਕਿਉਂ ਨਾ ਰੋਕ ਲਿਆ? ਮੇਰੀ ਮੰਨੋ ਤਾਂ ਇਸ ਜ਼ਿੰਦਗੀ ਨੂੰ ਜਿਹੜੀ ਕਿ ਤੈਨੂੰ ਦਿੱਤੀ ਗਈ ਹੈ ਚੰਗੀ ਤਰ੍ਹਾਂ ਇਸਤੇਮਾਲ ਕਰ ਕਿ ਤੂੰ ਉਸ ਔਰਤ ਨੂੰ ਜਿਹੜੀ ਤੇਰੇ ਰਸਤੇ 'ਚ ਰੱਖ ਦਿੱਤੀ ਗਈ ਹੈ ਕੁਝ ਦਿਨਾਂ ਲਈ ਕਿਵੇਂ ਖੁਸ਼ ਕਰ ਸਕਦਾ ਹੈ। ਆਪਣੀ ਖੁਸ਼ੀ ਸਭ ਤੋਂ ਪਹਿਲਾਂ। ਫਲਸਫੇ 'ਚ ਖੁਦ ਨੂੰ ਨਾ ਉਲਝਾ। ਔਰਤ ਕੋਈ ਨਾ ਸਮਝ ਆਉਣ ਵਾਲਾ ਜੀਵ ਨਹੀਂ। ਉਂਝ ਤਾਂ ਤੁਸੀਂ ਆਪਣੇ ਪਾਲਤੂ ਕੁੱਤੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ, ਪਰ ਉਹਨੂੰ ਸਮਝਣ ਦੀ ਲੋੜ ਹੀ ਕੀ ਹੈ ਜਦ ਤੱਕ ਉਹ ਤੁਹਾਡੇ ਪੁਚਕਾਰਨ ਤੇ ਆਪਣੀ ਕੱਟੀ ਹੋਈ ਪੂਛ ਹਿਲਾਉਂਦਾ ਰਹਿੰਦਾ ਹੈ, ਤੁਹਾਡੇ ਕਹਿਣ ਤੇ ਗੇਂਦ ਦਬੋਚ ਲੈਂਦਾ। ਮੈਂ ਪੁੱਛਦਾ, ਔਰਤ ਬਾਰੇ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਹੀ ਕੀ ਹੈ? ਉਹ ਜੇਕਰ ਅਥਾਹ ਸਮੁੰਦਰ ਹੈ ਤਾਂ ਹੋਵੇ, ਜੇ ਉੱਚਾ ਤਾਰਾ ਹੈ ਤਾਂ ਉਸ ਵਿੱਚ ਕੀ? ਤੇ ਜਦੋਂ ਤੱਕ ਉਹ ਔਰਤ ਹੈ ਉਹਨਾਂ ਖੂਬੀਆਂ ਦੀ ਮਾਲਕ ਹੈ ਜਿਹੜੀਆਂ ਔਰਤ ਵਿੱਚ ਹੋਣੀਆਂ ਚਾਹੀਦੀਆਂ ਨੇ। ਸਿਰਫ ਇੱਕੋ ਹੀ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਉਹਨੂੰ ਹਾਸਲ ਕਿਵੇਂ ਕੀਤਾ ਜਾ ਸਕੇ। ਇਹ ਤਕਰੀਰ ਸੁਣਨ ਮਗਰੋਂ ਸਈਦ ਨੇ अब्बास ਤੋਂ ਅਚਾਨਕ ਪੁੱਛਿਆ, ਪਰ ਔਰਤ ਤਾਂ ਹੈਨ ਕਿੱਥੇ? अब्बास ਨੇ ਡੱਬੇ 'ਚੋਂ ਸਿਗਰਟ ਕੱਢ ਕੇ ਸੁਲਗਾਈ ਤੇ ਜਵਾਬ ਦਿੱਤਾ, ਇੱਥੇ, ਉੱਥੇ, ਇੱਧਰ, ਉੱਧਰ, ਹਰ ਥਾਂ ਔਰਤਾਂ ਮੌਜੂਦ ਨੇ। ਕੀ ਇਸ ਘਰ 'ਚ ਕੋਈ ਔਰਤ ਮੌਜੂਦ ਨਹੀਂ ਹੈ? ਉਹ ਤੇਰੀ ਨੌਕਰਾਣੀ ਰਾਜੂ ਕਿਹੜੀ ਮਾੜੀ ਹੈ ਜਿਹਨੇ ਉਸ ਦਿਨ ਤੇਰੀ ਬੈਠਕ ਦਾ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਸੀ? ਤੂੰ ਮੇਰੇ ਵੱਲ ਇਉਂ ਅੱਖਾਂ ਪਾੜ ਕੇ ਕਾਹਨੂੰ ਵੇਖਦਾ ਹੈ? ਬਈ ਸਾਨੂੰ ਔਰਤਾਂ ਚਾਹੀਦੀਆਂ ਨੇ ਤੇ ਰਾਜੂ 100% ਔਰਤ ਹੈ। ਉਹ ਤੇਰੀ ਨੌਕਰਾਣੀ ਸਹੀ, ਪਰ ਇਸ ਨਾਲ ਉਹਦੇ ਔਰਤ ਪੰਚ ਤਾਂ ਕੋਈ ਫਰਕ ਨਹੀਂ ਆਉਂਦਾ। ਮੰਨਦਾ ਸਾਡੇ ਇੱਥੇ ਅਕਸਰ ਔਰਤਾਂ ਸੰਦੂਕਾਂ 'ਚ ਬੰਦ ਨੇ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੋ ਸੰਦੂਕਾਂ ਤੋਂ ਬਾਹਰ ਨੇ ਉਹਨਾਂ ਵੱਲ ਅਸੀਂ ਧਿਆਨ ਦੇਣਾ ਹੀ ਛੱਡ ਦਈਏ। ਦਸਤਰਖਾਨ 'ਤੇ ਜਿਹੜਾ ਕੁਝ ਪਿਆ ਹੋਵੇ ਖਾਣਾ ਹੀ ਪਏਗਾ। ਇਹ ਆਖ ਕੇ अब्बास ਨੇ ਜ਼ੋਰ ਦੀ ਸਿਗਰਟ ਦੀ ਰਾਖ ਝਾੜੀ ਤੇ ਆਪਣੇ ਦੋਸਤ ਸਈਦ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ, ਪਰ ਉਹ ਨਜ਼ਰਾਂ ਮਿਲਾਉਣਾ ਨਹੀਂ ਸੀ ਚਾਹੁੰਦਾ। ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਹਨੂੰ ਇਸ ਗੱਲ ਦਾ ਡਰ ਹੈ ਕਿ अब्बास ਉਹਦੀਆਂ ਅੱਖਾਂ 'ਚ ਰਾਜੂ ਦੀ ਮੁਹੱਬਤ ਦਾ ਸਾਰਾ ਕਿੱਸਾ ਪੜ੍ਹ ਲਏਗਾ। ਇਸ ਲਈ ਉਹ ਇੱਕ ਪਾਸੇ ਹਟ ਗਿਆ। ਅੰਗੀਠੀ 'ਤੇ ਪਈ ਆਪਣੀ ਤਸਵੀਰ ਦੇ ਫਰੇਮ ਨੂੰ ਜ਼ਰਾ ਪਾਸੇ ਹਟਾ ਕੇ ਉਹਨੇ अब्बास ਨੂੰ ਕਿਹਾ, ਤੂੰ ਕੁਛ ਨਹੀਂ, ਤੇਰੀਆਂ ਗੱਲਾਂ ਬੜੀਆਂ ਘਿਨਾਉਣੀਆਂ ਨੇ। ਤੂੰ ਗੱਲ ਕਰਦਾ ਹੈ ਤਾਂ ਮੈਨੂੰ ਤੇਰੇ ਮੂੰਹ 'ਚੋਂ ਖੂਨ ਦੀ ਬਦਬੂ ਆਉਂਦੀ ਹੈ। ਤੂੰ ਖੂਨ ਪੀਣ ਵਾਲਾ ਇਨਸਾਨ ਹੈ। ਤੇ ਤੂੰ? अब्बास ਨੇ ਫਿਰ ਸਿਗਰਟ ਦੀ ਰਾਖ ਝਾੜੀ। ਮੈਂ ਖੂਨ ਪੀਣ ਵਾਲਾ ਇਨਸਾਨ ਹੀ ਸਹੀ, ਪਰ ਤੇਰੇ ਵਰਗੇ ਦੁੱਧ ਪੀਣ ਵਾਲੇ ਜਾਨਵਰਾਂ ਤੋਂ ਕਈ ਦਰਜੇ ਚੰਗਾ ਇਨਸਾਨ ਆ। ਤੂੰ ਨੇਕੀ ਤੇ ਬਦਈ ਵਿਚਾਲੇ ਲਟਕਿਆ ਪਿਆ ਏ। ਸ਼ੁਕਰ ਹੈ ਕਿ ਮੈਂ ਇਹੋ ਜਿਹਾ ਚਮਗਾਦੜ ਨਹੀਂ। ਮੈਂ ਇੱਕ ਤੂਫਾਨੀ ਸਮੁੰਦਰ ਹਾਂ, ਤੂੰ ਰੇਗਿਸਤਾਨ 'ਤੇ ਖੜਾ ਹੈ। ਮੈਂ ਸ਼ਾਇਰ ਹਾਂ, ਤੂੰ ਇੱਕ ਖੁਸ਼ਕ ਗੱਦ ਲੇਖਕ। ਤੂੰ ਇੱਕ ਅਜਿਹਾ ਗਾਹਕ ਹੈ ਜਿਹੜਾ ਔਰਤ ਨੂੰ ਹਾਸਲ ਕਰਨ ਲਈ ਸਾਰੀ ਉਮਰ ਪੂੰਜੀ ਇਕੱਠੀ ਕਰਦਾ ਰਹੇਗਾ, ਪਰ ਉਹਨੂੰ ਥੋੜ੍ਹੀ ਹੀ ਸਮਝੇਗਾ। ਮੈਂ ਅਜਿਹਾ ਖਰੀਦਦਾਰ ਹਾਂ ਜਿਹੜਾ ਜ਼ਿੰਦਗੀ 'ਚ ਕਈ ਔਰਤਾਂ ਨਾਲ ਸੌਦੀ ਕਰੇਗਾ। ਤੂੰ ਅਜਿਹਾ ਇਸ਼ਕ ਕਰਨਾ ਚਾਹੁੰਦਾ ਕਿ ਤੇਰੀ ਨਾਕਾਮ ਮੌਤ 'ਤੇ ਕੋਈ ਮਾਮੂਲੀ ਕਿਸਮ ਦਾ ਲੇਖਕ ਇੱਕ ਕਿਤਾਬ ਲਿਖੇ ਜਿਹਨੂੰ ਨਾਰਾਇਣ ਦੱਤ ਸਹਿਗਲ ਪੀਲੇ ਕਾਗਜ਼ਾਂ 'ਤੇ ਛਾਪੇ ਤੇ ਡਿੱਬੀ ਬਾਜ਼ਾਰ ਵਿੱਚ ਇੱਕ ਆਨੇ 'ਚ ਤੇਰੀ ਮੁਹੱਬਤ ਦਾ ਅਫਸਾਨਾ ਵਿਕੇ। ਮੈਂ ਆਪਣੀ ਜੀਵਨ ਪੁਸਤਕ ਦੇ ਸਾਰੇ ਪੰਨੇ ਦੀਮਕ ਬਣ ਕੇ ਚੱਟਣਾ ਚਾਹੁੰਦਾ। ਮੈਂ ਸਭ ਕੁਝ ਹਾਂ, ਪਰ ਤੂੰ ਕੁਝ ਵੀ ਨਹੀਂ। ਜ਼ਰਾ ਸੋਚ, ਆਖਰ ਤੂੰ ਹੈ ਕੀ? ਥੋੜ੍ਹੀ ਦੇਰ ਦੇ ਲਈ ਸਈਦ ਨੂੰ ਮਹਿਸੂਸ ਹੋਇਆ ਜਿਵੇਂ अब्बास ਵਾਕਈ ਸਭ ਕੁਝ ਹੈ, ਉਹ ਕੁਝ ਵੀ ਨਹੀਂ। ਉਹਨੇ ਸੋਚਿਆ ਕਿ ਆਖਰ ਮੈਂ ਕੀ ਹਾਂ? ਇੱਥੇ ਇਸ ਘਰ 'ਚ ਇੱਕ ਲੜਕੀ ਮੌਜੂਦ ਹੈ ਜਿਹਨੂੰ ਮੈਂ ਮੁਹੱਬਤ ਕਰਦਾ, ਪਰ ਇਹ ਮੁਹੱਬਤ ਕੀ ਹੈ? ਕਿਹੋ ਜਿਹੀ ਅਪਮਾਨਜਨਕ ਚੀਜ਼ ਹੈ। ਮੈਂ ਚਾਹੁੰਦਾ ਉਹ ਮੇਰੀ ਹੋ ਜਾਏ, ਪਰ ਫਿਰ ਨਾਲ ਹੀ ਇਹ ਵੀ ਸੋਚਦਾ ਕਿ ਉਹਦੇ ਖਿਆਲ ਤੱਕ ਨੂੰ ਨੋਚ ਕੇ ਰੱਖਦੇ ਹਾਂ। ਮੈਂ ਕਿਹੜੀ ਮੁਸੀਬਤ 'ਚ ਫਸ ਗਿਆ? ਕੀ ਮੁਹੱਬਤ ਇਸੇ ਮੁਸੀਬਤ ਦਾ ਨਾਂ ਹੈ? ਕੁਝ ਵੀ ਹੋਵੇ, ਪਰ ਸਈਦ ਇੰਨਾ ਜ਼ਰੂਰ ਸਮਝਦਾ ਸੀ ਕਿ ਇਹ ਮੁਸੀਬਤ ਜਾਂ ਜੋ ਕੁਝ ਵੀ ਉਹਦਾ ਨਾਂ ਰੱਖ ਲਿਆ ਜਾਏ ਮੁਹੱਬਤ ਸੀ, ਜਿਹੜੀ ਉਹਦੇ ਦਿਲ 'ਚ ਹੌਲੀ-ਹੌਲੀ ਜੜ ਫੜ ਗਈ ਸੀ। ਜਿਸ ਤਰ੍ਹਾਂ ਲੋਕ ਭੂਤ ਪ੍ਰੇਤ ਤੋਂ ਡਰਦੇ ਨੇ, ਉਸੇ ਤਰ੍ਹਾਂ ਉਹ ਇਸ ਮੁਹੱਬਤ ਤੋਂ ਡਰਦਾ ਹੈ।
ਉਹਨੂੰ ਹਰ ਵੇਲੇ ਡਰ ਰਹਿੰਦਾ ਸੀ ਕਿ ਇੱਕ ਵੇਲਾ ਅਜਿਹਾ ਆਏਗਾ ਜਦੋਂ ਉਹਦੇ ਜਜ਼ਬਾਤ ਬੇਲਗਾਮ ਹੋ ਜਾਣਗੇ। ਉਹ ਕੁਝ ਕਰ ਬੈਠੇਗਾ। ਕੀ ਕਰ ਬੈਠੇਗਾ? ਇਹ ਉੱਕਾ ਉਹਨੂੰ ਨਹੀਂ ਪਤਾ, ਪਰ ਉਹ ਉਸ ਤੂਫਾਨ ਦੀ ਉਡੀਕ 'ਚ ਸੀ ਜਿਹਤੇ ਆਸਾਰ ਉਹਨੂੰ ਆਪਣੇ ਅੰਦਰ ਦਿਸ ਰਹੇ ਸਨ। ਉਸ ਮੁਹੱਬਤ ਨੇ ਉਹਨੂੰ ਡਰਪੋਕ ਬਣਾ ਦਿੱਤਾ ਸੀ। ਉਹ ਬੁਜ਼ਦਿਲ ਹੋ ਗਿਆ ਸੀ। ਅੱਬਾਸ ਆਪਣੇ ਖਿਆਲਾਂ 'ਚ ਲੀਨ ਸੀ, ਇਸ ਲਈ ਉਹ ਆਪਣੇ ਦੋਸਤ ਦੀ ਹਾਲਤ ਨੂੰ ਸਮਝ ਨਾ ਸਕਿਆ। ਦਰਅਸਲ ਉਹ ਦੂਜਿਆਂ ਦੇ ਮਾਮਲੇ 'ਚ ਧਿਆਨ ਦੇਣ ਦਾ ਆਦੀ ਵੀ ਨਹੀਂ ਸੀ। ਉਹਨੂੰ ਸਿਰਫ ਆਪਣੇ ਆਪ 'ਚ ਦਿਲਚਸਪੀ ਸੀ। ਉਹ ਹਰ ਵੇਲੇ ਆਪਣੇ ਹੀ ਅੰਦਰ ਸਮਾਇਆ ਰਹਿੰਦਾ। ਉਹਨੂੰ ਇੰਨੀ ਵੇਲ ਵੀ ਨਹੀਂ ਮਿਲਦੀ ਸੀ ਕਿ ਹੋਰਨਾਂ ਬਾਰੇ ਕੁਝ ਸੋਚ ਸਕੇ, ਪਰ ਇਹਦੇ ਬਾਵਜੂਦ ਚੰਗਾ ਦੋਸਤ ਸੀ। ਉਹ ਆਖਦਾ ਹੁੰਦਾ ਸੀ, ਅਮਾਂ ਛੱਡ ਯਾਰ, ਤੂੰ ਵੀ ਕਿਹੜੇ ਵਹਿਮਾਂ 'ਚ ਫਸ ਗਿਆ ਹੈ। ਦੋਸਤੀ ਵੋਸਤੀ ਸਭ ਬਕਵਾਸ ਹੈ। ਦਿਹਾਤ 'ਚ ਪੱਥਰ ਦੇ ਜ਼ਮਾਨੇ 'ਚ ਦੋਸਤ ਹੋਇਆ ਕਰਦੇ ਹੋਣਗੇ। ਅੱਜ ਕੱਲ੍ਹ ਕੋਈ ਕਿਸੇ ਦਾ ਦੋਸਤ ਨਹੀਂ ਹੋ ਸਕਦਾ। ਲੋਕੀ ਜੇਕਰ ਦੋਸਤੀ ਦੀ ਹੀ ਰੱਸੀ ਵੱਟਣਾ ਸ਼ੁਰੂ ਕਰ ਦੇਣ ਤਾਂ ਸਾਰੇ ਦਾ ਸਾਰਾ ਕਾਰੋਬਾਰ ਬੰਦ ਹੋ ਜਾਏ। ਤੂੰ ਮੈਨੂੰ ਦੋਸਤ ਕਹਿਣਾ? ਆਖ, ਮੈਂ ਤੈਨੂੰ ਦੋਸਤ ਕਹਿਣਾ। ਠੀਕ ਹੈ, ਸੁਣਦੇ ਜਾਓ, ਪਰ ਇਹ ਤੋਂ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਜਿੰਨਾ ਜ਼ਿਆਦਾ ਧਿਆਨ ਦਿਓਗੇ ਉਨੇ ਹੀ ਜ਼ਿਆਦਾ ਟੋਏ ਪੈਦਾ ਹੋਣਗੇ। ਅੱਜ ਦੁਨੀਆ 'ਚ ਜਿੰਨੀਆਂ ਵੀ ਖਰਾਬੀਆਂ ਪੈਦਾ ਹੋ ਰਹੀਆਂ ਨੇ, ਸਭ ਇਸੇ ਚਿੰਤਨ ਦਾ ਨਤੀਜਾ ਹੈ। ਕਤਲ ਹੁੰਦੇ ਨੇ ਜ਼ਿਆਦਾ ਸੋਚ ਵਿਚਾਰ ਦੇ ਕਾਰਨ, ਚੋਰੀਆਂ ਹੁੰਦੀਆਂ ਨੇ ਜ਼ਿਆਦਾ ਸੋਚਣ ਕਾਰਨ, ਡਾਕੇ ਪੈਂਦੇ ਨੇ ਜ਼ਿਆਦਾ ਚਿੰਤਨ ਕਰਨ ਨਾਲ। ਦਿਮਾਗ ਤੇ ਬਾਰੂਦੀ ਮੈਗਜ਼ੀਨ 'ਚ ਕੋਈ ਫਰਕ ਨਹੀਂ ਤੇ ਸੋਚ ਵਿਚਾਰ ਚਕਮਕ ਪੱਥਰ ਤੋਂ ਝੜੀਆਂ ਚੰਗਿਆੜੀਆਂ ਨੇ। ਬੇਵਕੂਫ, ਉੱਲੂ ਬਣ ਜਾਓ, ਪਰ ਖੁਦਾ ਦੇ ਲਈ ਅਕਲਮੰਦ ਤੇ ਚਿੰਤਕ ਨਾ ਬਣੋ। ਅੱਬਾਸ ਬੜੀਆਂ ਮਜ਼ੇਦਾਰ ਗੱਲਾਂ ਕਰਦਾ ਸੀ। ਮਾਮੂਲੀ ਜਿਹੀ ਗੱਲ ਨੂੰ ਵੀ ਇੱਕ ਖਾਸ ਰੰਗ 'ਚ ਦਿਲਚਸਪ ਤਰੀਕੇ ਨਾਲ ਪੇਸ਼ ਕਰਨ ਦਾ ਆਦੀ ਸੀ। ਦੁਨੀਆ ਬਾਰੇ ਉਹਦੇ ਬਣਾਏ ਹੋਏ ਕੁਝ ਅਸੂਲ ਸਨ ਜਿਨ੍ਹਾਂ 'ਤੇ ਉਹ ਇੱਕ ਅਰਸੇ ਤੋਂ ਬੜੀ ਪਾਬੰਦੀ ਨਾਲ ਚੱਲ ਰਿਹਾ ਸੀ। ਇਸ 'ਚ ਭੋਰਾ ਵੀ ਸ਼ੱਕ ਨਹੀਂ ਕਿ ਉਹ ਸੋਚ ਵਿਚਾਰ ਤੋਂ ਪਰਹੇਜ਼ ਕਰਦਾ ਸੀ, ਪਰ ਉਹਨਾਂ ਗੱਲਾਂ 'ਤੇ ਉਹਨੂੰ ਥੋੜ੍ਹੇ ਸਮੇਂ ਲਈ ਗੌਰ ਕਰਨਾ ਹੀ ਪੈਂਦਾ ਸੀ ਜੋ ਉਹਦੇ ਆਪਣੇ ਆਪ ਨਾਲ ਸੰਬੰਧ ਰੱਖਦੀਆਂ ਸਨ। ਇਸ ਵੇਲੇ ਵੀ ਉਹ ਕਿਸੇ ਗੱਲ 'ਤੇ ਗੌਰ ਕਰ ਰਿਹਾ ਸੀ, ਕਿਉਂਕਿ ਉਹਦੇ ਚਿਹਰੇ 'ਤੇ ਇਤਮੀਨਾਨ ਦੀ ਉਹ ਲਹਿਰ ਨਹੀਂ ਸੀ ਜਿਹੜੀ ਆਮ ਤੌਰ 'ਤੇ ਨਜ਼ਰ ਆਉਂਦੀ ਸੀ। ਨਵੀਂ ਸਿਗਰਟ ਸੁਲਗਾ ਕੇ ਉਹ ਬੜੇ ਜ਼ੋਰ ਨਾਲ ਕਸ਼ ਲੈ ਰਿਹਾ ਸੀ ਤੇ ਉਹਦਾ ਦੋਸਤ ਸਈਦ ਆਤਿਸ਼ਤਾਨ ਦੇ ਕੋਲ ਇੱਕ ਜ਼ਬਰਦਸਤ ਮਾਨਸਿਕ ਤੇ ਆਤਮਿਕ ਕਸ਼ਮਕਸ਼ 'ਚ ਫਸਿਆ ਹੋਇਆ ਸੀ। ਅਚਾਨਕ ਅੱਬਾਸ ਚੌਂਕ ਪਿਆ। ਅਜੀ ਹਟਾਓ, ਖਾਮਖਾਏ ਸੁਲਝਣ 'ਚ ਆਪਣੇ ਆਪ ਨੂੰ ਕਿਉਂ ਫਸਾਇਆ ਜਾਏ? ਜੋ ਹੋਏਗਾ ਦੇਖਾ ਜਾਏਗਾ। ਆਪਣੇ ਦੋਸਤ ਨੂੰ ਸੰਬੋਧਿਤ ਹੋ ਕੇ ਉਹਨੇ ਫੇਰ ਕਿਹਾ, ਅਜੀ ਹਜ਼ਰਤ, ਤੁਸੀਂ ਕਿਹਨਾਂ ਵਹਿਮਾਂ 'ਚ ਫਸੇ ਪਏ ਹੋ? ਕੁਰਸੀ 'ਤੇ ਤਸ਼ਰੀਫ ਰੱਖੋ। ਤੁਸੀਂ ਹੁਣੇ ਬਿਮਾਰੀ ਤੋਂ ਉੱਠੇ ਹੋ, ਇੰਜ ਨਾ ਹੋਏ ਕਿ ਫਿਰ ਹਸਪਤਾਲ ਜਾਣਾ ਪੈ ਜਾਏ। ਪਰ ਦੋਸਤ, ਇਸ ਵਾਰੀ ਆਪਣੀ ਜਗ੍ਹਾ ਮੈਨੂੰ ਦੇਈ। ਯਾ ਅੱਲਾ, ਕੁੜੀ ਮੇਰੇ ਦਿਲ 'ਚ ਵਸ ਗਈ ਹੈ। ਇਹ ਆਖ ਕੇ ਉਹ ਖੁਦ ਆਰਾਮ ਕੁਰਸੀ 'ਤੇ ਬੈਠ ਗਿਆ। ਸਈਦ ਆਤਿਸ਼ਦਾਨ ਦੇ ਕੋਲ ਕੁਰਸੀ 'ਤੇ ਬੈਠ ਗਿਆ। ਜ਼ਿਆਦਾ ਗੱਲਬਾਤ ਤੇ ਸੋਚ ਵਿਚਾਰ ਨੇ ਉਹਨੂੰ ਕਮਜ਼ੋਰ ਕਰ ਦਿੱਤਾ ਸੀ। ਇਸ ਲਈ ਥੱਕੀ ਆਵਾਜ਼ 'ਚ ਉਹਨੇ ਅੱਬਾਸ ਨੂੰ ਕਿਹਾ, ਅੱਬਾਸ, ਮੈਂ ਬਹੁਤ ਕਮਜ਼ੋਰ ਹੋ ਗਿਆ। ਮੇਰਾ ਖਿਆਲ ਹੈ ਕੁਝ ਦਿਨਾਂ ਲਈ ਕਿਧਰੇ ਬਾਹਰ ਚਲਾ ਜਾਵਾਂ, ਆਬੋ ਹਵਾ ਵੀ ਬਦਲ ਜਾਏਗੀ। ਅੱਬਾਸ ਨੇ ਪੁੱਛਿਆ, ਕਿੱਥੇ ਜਾਏਗਾ? ਸਈਦ ਨੇ ਜਵਾਬ ਦਿੱਤਾ, ਕਿੱਥੇ ਜਾਵਾਂਗਾ, ਇਹੀ ਤਾਂ ਸੋਚ ਰਿਹਾ। ਸਰਦੀਆਂ 'ਚ ਕਿੱਥੇ ਜਾਣਾ ਚਾਹੀਦਾ? ਕੋਈ ਅਜਿਹੀ ਥਾਂ ਦੱਸ ਜਿੱਥੇ ਮੌਸਮ ਵਧੀਆ ਹੋਵੇ। ਬੰਬਈ ਚਲਾ ਜਾਵਾਂ? ਕਲਕੱਤਾ ਵੀ ਮਾੜਾ ਨਹੀਂ, ਪਰ ਕ੍ਰਿਸਮਸ ਤਾਂ ਲੰਘ ਗਈ। ਕ੍ਰਿਸਮਸ ਨੂੰ ਛੱਡੋ ਤਾਂ ਫਿਰ ਬੰਬਈ ਚਲਾ ਜਾਵਾਂ? ਦਰਅਸਲ ਮੈਂ ਕੁਝ ਦਿਨਾਂ ਲਈ ਅੰਮ੍ਰਿਤਸਰ ਨੂੰ ਭੁੱਲਣਾ ਚਾਹੁੰਦਾ। ਇੱਥੇ ਮੈਨੂੰ ਘਬਰਾਹਟ ਜੀ ਹੋ ਰਹੀ ਹੈ। ਅੱਬਾਸ ਨੇ ਹੈਰਾਨੀ ਭਰੇ ਲਹਿਜੇ 'ਚ ਪੁੱਛਿਆ, ਅੰਮ੍ਰਿਤਸਰ ਤੋਂ ਤੈਨੂੰ ਘਬਰਾਹਟ ਹੋ ਰਹੀ ਹੈ? ਅੰਮ੍ਰਿਤਸਰ ਨੇ ਤੈਨੂੰ ਕਿਧਰੇ ਕੱਟ ਖਾਧਾ ਸੀ? ਇਸ 'ਤੇ ਸਈਦ ਦੇ ਦਿਲ 'ਚ ਆਇਆ ਕਿ ਅੱਬਾਸ ਨੂੰ ਆਪਣਾ ਸਾਰਾ ਭੇਤ ਦੱਸ ਦਵੇ, ਪਰ ਖਾਮੋਸ਼ ਰਿਹਾ। ਉਹ ਚਾਹੁੰਦਾ ਸੀ ਕਿਸੇ ਨੂੰ ਆਪਣਾ ਰਾਜ਼ਦਾਰ ਬਣਾਏ, ਪਰ ਇਹਦੇ ਨਾਲ ਹੀ ਉਹ ਇਹ ਵੀ ਚਾਹੁੰਦਾ ਸੀ ਕਿ ਕੋਈ ਉਹਦੇ ਭੇਤ ਤੋਂ ਵਾਕਿਫ ਨਾ ਹੋਵੇ। ਜੇਕਰ ਇਹ ਹੁੰਦਾ ਕਿ ਭੇਤ ਖੁੱਲ੍ਹਣ 'ਤੇ ਵੀ ਉਹਦਾ ਰਾਜ਼ ਨਾ ਖੁੱਲ੍ਹਦਾ ਤਾਂ ਉਹ ਯਕੀਨਨ ਆਪਣਾ ਦਿਲ ਅੱਬਾਸ ਦੇ ਸਾਹਮਣੇ ਖੋਲ੍ਹ ਦਿੰਦਾ। ਪਰ ਉਹਨੂੰ ਪਤਾ ਸੀ ਕਿ ਇੱਕ ਵਾਰੀ ਉਹਨੇ ਰਾਜੋ ਨਾਲ ਮੁਹੱਬਤ ਦੀ ਦਾਸਤਾਨ ਸੁਣਾ ਦਿੱਤੀ ਤਾਂ ਉਹ ਚਿੜੀਆ ਫੁਰ ਹੋ ਜਾਏਗੀ ਜਿਹਨੂੰ ਉਹ ਪਿੰਜਰੇ 'ਚ ਹੀ ਮਾਰ ਦੇਣਾ ਚਾਹੁੰਦਾ, ਕਿਉਂਕਿ ਉਹ ਅੱਬਾਸ ਨੂੰ ਆਪਣੇ ਦਿਲ ਦਾ ਭੇਤ ਸੁਣਾਉਣ ਲਈ ਅੱਗੇ ਝੁਕਿਆ ਸੀ। ਇਸ ਲਈ ਉਹਨੂੰ ਡੱਬੇ 'ਚੋਂ ਸਿਗਰਟ ਕੱਢ ਕੇ ਸੁਲਗਾਉਣੀ ਪਈ। ਅੱਬਾਸ ਤਾੜ ਗਿਆ ਕਿ ਉਹਦਾ ਦੋਸਤ ਕੁਝ ਆਖਣਾ ਚਾਹੁੰਦਾ ਪਰ ਆਖ ਨਹੀਂ ਸਕਦਾ। ਇਸ ਲਈ ਉਹਨੇ ਉਹਦੇ ਅੰਦਰ ਹਿੰਮਤ ਪੈਦਾ ਕਰਨ ਲਈ ਕਿਹਾ, ਗੱਲ ਨੂੰ ਬਹੁਤੀ ਦੇਰ ਤੀਕਣ ਢਿੱਡ 'ਚ ਨਾ ਰੱਖਿਆ ਕਰ ਸਈਦ, ਹਾਜ਼ਮਾ ਖਰਾਬ ਹੋ ਜਾਏਗਾ। ਦੱਸ, ਕੀ ਆਖਣਾ ਚਾਹੁੰਦਾ ਹੈ? ਤੈਨੂੰ ਅੰਮ੍ਰਿਤਸਰ ਤੋਂ ਘਬਰਾਹਟ ਕਿਉਂ ਹੁੰਦੀ ਹੈ? ਤੂੰ ਬਾਹਰ ਕਿਉਂ ਜਾਣਾ ਚਾਹੁੰਦਾ ਹੈ? ਕੀ ਕੋਈ ਖਾਸ ਗੱਲ ਹੈ? ਖਾਸ ਗੱਲ ਤਾਂ ਕੋਈ ਵੀ ਨਹੀਂ ਹੁੰਦੀ। ਤੁਸੀਂ ਖਾਮਖਾਹ ਗੱਲਾਂ 'ਚ ਖਾਸਪਣ ਪੈਦਾ ਕਰ ਦਿੰਦੇ ਆ। ਦੱਸ, ਕੀ ਆਖਣਾ ਚਾਹੁੰਦਾ ਹੈ ਤੂੰ? ਸਿਗਰਟ ਦਾ ਇੱਕ ਕਸ਼ ਲੈ ਕੇ ਸਈਦ ਨੇ ਅੱਬਾਸ ਨੂੰ ਕਿਹਾ, ਕੁਝ ਵੀ ਤਾਂ ਨਹੀਂ, ਕੋਈ ਖਾਸ ਗੱਲ ਨਹੀਂ ਹੈ। ਮੈਂ ਖੁਦ ਨਹੀਂ ਸਮਝ ਸਕਿਆ ਮੈਂ ਅੰਮ੍ਰਿਤਸਰ ਕਿਉਂ ਛੱਡਣਾ ਚਾਹੁੰਦਾ।
ਦਰਅਸਲ ਕੁਝ ਚਿਰ ਤੋਂ ਮੈਨੂੰ ਅੰਦਰ ਹੀ ਅੰਦਰ ਬੜੀ ਬੇਚੈਨੀ ਜਿਹੀ ਮਹਿਸੂਸ ਹੋ ਰਹੀ ਹੈ। ਮੈਂ ਸ਼ੋਰ ਸ਼ਰਾਬੇ 'ਚ ਰਹਿਣਾ ਚਾਹੁੰਦਾ। ਸ਼ੋਰ ਸ਼ਰਾਬੇ 'ਚ ਰਹਿਣਾ ਚਾਹੁੰਦਾ ਹੈ ਤੂੰ, ਤਾਂ ਇਹ ਕਿਹੜੀ ਮੁਸ਼ਕਿਲ ਗੱਲ ਹੈ। ਮੈਂ ਇਸੇ ਕਮਰੇ 'ਚ ਤੇਰੇ ਲਈ ਸ਼ੋਰ ਸ਼ਰਾਬਾ ਪੈਦਾ ਕਰ ਸਕਦਾ। ਦੱਸ, ਸ਼ੋਰ ਸ਼ਰਾਬੇ ਦੀ ਤੇਰੀ ਕੀ ਜ਼ਰੂਰਤ ਹੈ। ਰਸੀਦ, ਵਹੀਦ, ਨਾਸਿਰ, ਪ੍ਰਾਣ ਸਾਰੇ ਤੇਰੀ ਸੇਵਾ 'ਚ ਹਾਜ਼ਰ ਹੋ ਜਾਇਆ ਕਰਨਗੇ। ਇੰਨਾ ਸ਼ੋਰ ਹੋਇਆ ਕਰੇਗਾ ਕਿ ਕੰਨ ਪਈ ਆਵਾਜ਼ ਵੀ ਤੈਨੂੰ ਸੁਣਾਈ ਨਹੀਂ ਦੇਏਗੀ। ਫਿਰ ਦੱਸ ਕੀ ਹੁਕਮ ਹੈ। ਅਬਾਸ ਹੱਸਣ ਲੱਗਾ ਤਾਂ ਸਈਦ ਬੇਚੈਨ ਹੋ ਗਿਆ। ਅਬਾਸ ਨੂੰ ਪਤਾ ਨਹੀਂ ਸੀ ਕਿ ਸਈਦ ਦੇ ਅੰਦਰ ਕਿਹੜਾ ਤੂਫਾਨ ਮਚਿਆ ਹੋਇਆ ਤੇ ਉਹ ਕਿਹੜੀਆਂ-ਕਿਹੜੀਆਂ ਤਕਲੀਫਾਂ 'ਚੋਂ ਗੁਜ਼ਰ ਰਿਹਾ। ਇਹੋ ਕਾਰਨ ਹੈ ਕਿ ਉਹਦਾ ਮਜ਼ਾਕ ਉਡਾ ਰਿਹਾ ਸੀ। ਹੱਸਦੇ ਹੋਏ ਅਬਾਸ ਨੇ ਇੱਕ ਵਾਰੀ ਫੇਰ ਪੁੱਛਿਆ, ਫਰਮਾਓ ਜਨਾਬ, ਕੀ ਹੁਕਮ ਹੈ। ਇਸ ਤੇ ਸੈਯਦ ਹੋਰ ਬੇਚੈਨ ਹੋ ਗਿਆ ਤੇ ਉੱਠ ਖੜਾ ਹੋਇਆ। ਮੈਂ ਫੈਸਲਾ ਕਰ ਚੁੱਕਿਆ ਕਿ ਇਸ ਹਫ਼ਤੇ ਕਿਧਰੇ ਬਾਹਰ ਚਲਾ ਜਾਵਾਂਗਾ। ਮੈਂ ਬਹੁਤ ਉਦਾਸ ਹੋ ਗਿਆ। ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ। ਬਸ 1-2 ਮਹੀਨੇ ਬਾਹਰ ਰਹਿ ਕੇ ਜਦੋਂ ਮੇਰੀ ਤਬੀਅਤ ਠੀਕ ਹੋ ਜਾਏਗੀ ਤਾਂ ਵਾਪਸ ਆ ਜਾਵਾਂਗਾ। ਮੈਨੂੰ ਇੱਥੇ ਕਿਹੜਾ ਜ਼ਰੂਰੀ ਕੰਮ ਪਏ ਨੇ, ਤੂੰ ਵੀ ਮੇਰੇ ਨਾਲ ਚੱਲ। ਅਬਾਸ ਮੁਸਕਰਾਇਆ, ਪਰ ਮੈਨੂੰ ਤਾਂ ਬੜੇ ਕੰਮ ਨੇ। ਕੀ? ਇੱਕ ਹੋਵੇ ਤਾਂ ਦੱਸਾਂ? ਸੈਂਕੜੇ ਨੇ। ਮਿਸਾਲ ਦੇ ਤੌਰ 'ਤੇ ਮੈਂ 1-2 ਕੁੜੀਆਂ ਨਾਲ ਇਸ਼ਕ ਲੜਾਉਣਾ ਹੈ ਤੇ ਐਂਗਲੋ ਇੰਡੀਅਨ ਕੁੜੀਆਂ ਨਾਲ ਗੱਲਬਾਤ ਕਰਨ ਦੇ ਸਾਰੇ ਤਰੀਕੇ ਸਿੱਖਣੇ ਨੇ। ਕੁਝ ਥੋੜ੍ਹੇ ਜਿਹੇ ਬਾਜ਼ਾਰੀ ਕਿਸਮ ਦੇ ਮਜ਼ਾਕ ਵੀ ਯਾਦ ਕਰਨੇ ਨੇ ਤੇ 10-20 ਸਸਤੇ ਨਾਵਲ ਪੜ੍ਹਨੇ ਨੇ। ਪਰ ਮੈਂ ਤੈਨੂੰ ਆਪਣੇ ਪ੍ਰੋਗਰਾਮ ਕਿਉਂ ਦੱਸਾਂ? ਤੂੰ ਜਾ। ਮੈਂ ਇੱਥੇ ਆਪਣੀ ਦਿਲਚਸਪੀ ਦਾ ਸਮਾਨ ਇਕੱਠਾ ਕਰ ਲਵਾਂਗਾ। ਖੱਤ ਲਿਖਦਾ ਰਹੀਂ। ਪਰ ਜਾਏਗਾ ਕਿੱਥੇ? ਸਈਦ ਨੇ ਸੋਚਿਆ ਕਿ ਵਾਕਈ ਜਾਏਗਾ ਕਿੱਥੇ। ਅਜਿਹੀ ਕਿਹੜੀ ਥਾਂ ਸੀ ਜਿੱਥੇ ਉਹ ਆਰਾਮ ਨਾਲ ਰਹਿ ਸਕਦਾ ਸੀ। ਹੋਟਲਾਂ 'ਚ ਰਹਿਣਾ ਉਹਨੂੰ ਪਸੰਦ ਨਹੀਂ ਸੀ ਤੇ ਰਿਸ਼ਤੇਦਾਰਾਂ ਦੇ ਘਰ ਰੁਕਣਾ ਉਹਨੂੰ ਉਂਝ ਹੀ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਉਹਦੀ ਆਜ਼ਾਦੀ 'ਚ ਰੁਕਾਵਟ ਪੈਂਦੀ ਸੀ। ਇਹ ਸਾਰੀਆਂ ਗੱਲਾਂ ਉਹਦੇ ਦਿਮਾਗ 'ਚ ਸਨ, ਪਰ ਅੰਮ੍ਰਿਤਸਰ ਛੱਡ ਦੇਣ ਦੀ ਖਾਹਿਸ਼ ਹਰ ਪਲ ਵੱਧਦੀ ਜਾ ਰਹੀ ਸੀ। ਉਹ ਖੁਦ ਜਾਣਾ ਚਾਹੁੰਦਾ ਸੀ, ਪਰ ਅਜੀਬ ਗੱਲ ਹੈ ਕਿ ਰਾਜੋ ਨੂੰ ਕੱਢ ਦੇਣ ਦਾ ਖਿਆਲ ਤੱਕ ਉਹਦੇ ਦਿਮਾਗ 'ਚ ਨਾ ਆਇਆ। ਉਸ ਦਿਨ ਉਹ ਕੋਈ ਫੈਸਲਾ ਨਾ ਕਰ ਸਕਿਆ, ਪਰ ਇਹ ਤੈਅ ਸੀ ਕਿ ਉਹ ਕਿਧਰੇ ਚਲਾ ਜਾਏਗਾ। ਧੰਨਵਾਦ।